ਅੱਜ ਥੋੜਾ ਜਿਹਾ ਡਿਫਰੈਂਟ ਹੈਗਾ ਇਟਸ ਅਗੇਨ ਸਮਥਿੰਗ ਅਬਾਊਟ ਦ ਬਾਡੀ ਵੀ ਗੋਇੰ ਟੂ ਟਾਕ ਅਬਾਊਟ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਪਾਲ ਜਾਲੀ, ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਕਰਦੇ ਦਾ ਲੇਟ ਸ਼ੋ। ਮੇਰੇ ਲੇਟ ਸ਼ੋ ਦੇ ਵਿੱਚ ਡਿਫਰੈਂਟ ਟੌਪਿਕ ਹੁੰਦੇ ਨੇ। ਲਾਸਟ ਫਿਊ ਵੀਕਸ ਅਸੀਂ ਡਾਕਟਰ ਲੈ ਕੇ ਆਏ ਮੈਡੀਕਲ ਸ਼ੋ ਕੀਤੇ ਜੋ ਕਿ ਲੋਕਾਂ ਨੇ ਬਹੁਤ ਪਸੰਦ ਕੀਤੇ, ਲੋਕ ਰੀਅਲੀ ਐਪਰੀਸ਼ੀਏਟ ਕੀਤਾ। ਅਗਰ ਮੈਂ ਲਾਸਟ ਵੀਕ ਦੀ ਗੱਲ ਕਰਾਂ, ਸਾਡੇ ਨਾਲ ਸੀਗੇ ਡਾਕਟਰ ਕੇਵਲ, ਆਰਥੋਪੈਡਿਕ ਸਰਜਨ ਐਂਡ ਅ ਕੰਸਲਟੈਂਟ, ਸਪੈਸ਼ਲੀ ਨੀ ਦਾ ਅਤੇ ਸ਼ੋਲਡਰ ਆਪਰੇਸ਼ਨ ਦਾ ਬੜੇ ਉਹ ਮਾਹਿਰ ਸੀਗੇ। ਉਹਨਾਂ ਨੇ ਬੜੇ ਅੱਛੇ ਗੱਲਾਂ ਕੀਤੀਆਂ। ਅਸੀਂ ਪ੍ਰੋਪਰ ਸਾਰੀ ਗੱਲਾਂ ਖਤਮ ਨਹੀਂ ਕਰ ਪਾਈ ਬਿਕੋਜ਼ ਸਵਾਲ ਸੀਗੇ। ਉਹਨਾਂ ਦਾ ਬੜਾ ਇਨਫੋਰਮੇਟਿਵ, ਬੜਾ ਐਜੂਕੇਸ਼ਨਲ ਸ਼ੋ ਸੀਗਾ। ਮੈਂ ਵਾਅਦਾ ਦਿੱਤਾ ਸੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਅਤੇ ਉਹਦੇ ਬਾਰੇ ਦੁਬਾਰਾ ਗੱਲ ਕਰਾਂਗੇ ਕਿਉਂਕਿ ਲੋਕ ਬਹੁਤ ਐਪਰੀਸ਼ੀਏਟ ਕਰਦੇ ਨੇ। ਕਿਉਂਕਿ ਤੁਹਾਨੂੰ ਪਤਾ ਨਾ, ਬਿਮਾਰੀਆਂ ਦੀ ਕੋਈ ਕਮੀ ਨਹੀਂ ਹੈਗੀ। ਵਨ ਵੇ ਦੀ ਅਦਰ ਅਸੀਂ ਸਾਰੇ ਕੋਈ ਨਾ ਕੋਈ ਬਿਮਾਰੀ ਤੋਂ ਸਫਰ ਕਰਦੇ ਹਾਂ। ਸੋ ਮੇਰਾ ਏਮ ਜ਼ਿਆਦਾ ਹੁੰਦਾ ਇੱਦਾਂ ਦੀ ਗੱਲਾਂ ਕਰਨ ਨੂੰ। ਅੱਜ ਥੋੜ੍ਹਾ ਜਿਹਾ ਡਿਫਰੈਂਟ ਹੈਗਾ ਇਟਸ ਅਗੇਨ ਸਮਥਿੰਗ ਅਬਾਊਟ ਦ ਬਾਡੀ ਵੀ ਗੋਇੰ ਟੂ ਟਾਕ ਅਬਾਊਟ। ਤੁਸੀਂ ਇਟਸ ਨਾਟ ਮੈਡੀਕਲ ਐਕਚੁਅਲੀ, ਪਰ ਕਿਉਂ ਹੁੰਦਾ, ਕਾਹਤੇ ਹੁੰਦਾ, ਮੈਂ ਉਹਦੇ ਬਹੁਤੀ ਨਹੀਂ ਗੱਲ ਕਰਦਾ। ਮੇਰੇ ਪਾਸ ਉਹਦੇ ਲਈ ਵੀ ਇੱਕ ਸਪੈਸ਼ਲ ਗੈਸਟ ਹੈ ਜੋ ਅੱਜ ਆਏ ਸੀ, ਉਹਦੇ ਬਾਰੇ ਗੱਲ ਕਰਾਂਗੇ। ਸਰਦਾਰ ਮਨਮੋਹਨ ਸਿੰਘ ਮਾਂਡਲਾ, ਮੈਂ ਉਹਨਾਂ ਨੂੰ ਸਵਾਗਤ ਕਰਕੇ ਅਸੀਂ ਸ਼ੋਅ ਅੱਗੇ ਲੈ ਕੇ ਜਾਂਦੇ ਹਾਂ ਜੀ। ਭਾਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਪਾਲ ਸਾਹਿਬ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਮੈਨੂੰ ਬੁਲਾਇਆ, ਅਤੇ ਅਕਾਲ ਚੈਨਲ ਦਾ ਵੀ ਧੰਨਵਾਦ ਕਰਦਾ ਜਿਹੜੇ ਤੁਹਾਡੇ ਔਰਗਨਾਈਜ਼ਰਸ ਹੈ ਕਿ ਉਹਨਾਂ ਨੇ ਮੈਨੂੰ ਕਾਬਲ ਸਮਝਿਆ ਕਿ ਮੈਂ ਆ ਕੇ ਤੁਹਾਡੇ ਨਾਲ ਗੱਲਬਾਤ ਕਰਾਂ। ਭਾਜੀ ਬਿਲਕੁਲ, ਇਹ ਆਪਣਾ ਸੰਗਤ ਦਾ ਚੈਨਲ ਹੈ। ਮੇਰੇ ਸ਼ੋਅ ਦਾ ਮਕਸਦ ਇਹ ਹੁੰਦਾ ਕਿ ਨਾ ਕੁਛ ਇੱਦਾਂ ਦਾ ਸ਼ੋਅ ਲੈ ਕੇ ਜਿੱਥੇ ਲੋਕਾਂ ਨੂੰ ਫਾਇਦਾ ਹੋ ਸਕੇ, ਕਿਸੇ ਵੀ ਤਰ੍ਹਾਂ ਦਾ ਹੋਵੇ, ਮੈਡੀਕਲ ਹੋਵੇ, ਕੋਈ ਲਾਅ ਹੋਵੇ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਹੁੰਦੇ ਨੇ ਇੱਦਾਂ ਦੇ। ਕਿਤੇ ਬੱਚਿਆਂ ਨੂੰ ਦਿਖਾਉਣਾ ਹੁੰਦਾ ਕਿ ਤੁਸੀਂ ਤਾਂ ਬ੍ਰਿਟਿਸ਼ ਫੌਜ ਨਾਲ ਕੰਮ ਕਰਦਾ, ਆਰਮੀ ਹੋਈ, ਪੁਲਿਸ ਹੋਈ, ਨੇਵੀ, ਉੱਦਾਂ ਦੇ ਮੈਂ ਗੈਸਟ ਲੈ ਕੇ ਆਉਂਦਾ। ਸੋ ਅੱਜ ਕੁਛ ਟੌਪਿਕ ਸਾਡਾ ਦਾ ਪਲੀਜ਼ ਦੇਖਿਓ, ਕਾਫੀ ਇੰਟਰਸਟਿੰਗ ਹੈਗਾ। ਤੁਸੀਂ ਲਾਈਕ ਕਰੋਗੇ। ਬੜਾ ਜਿਹੜਾ ਟੌਪਿਕ ਹੈ ਬੜਾ ਸਿੰਪਲ ਹੈਗਾ, ਪਰ ਸਾਡੀ ਲਾਈਫ ਇੰਨੀ ਬਿਜ਼ੀ ਹੈ ਨਾ, ਅਸੀਂ ਇਹਦੇ ਬਾਰੇ ਸੋਚਦੇ ਨਹੀਂ ਕਿ ਕਿਉਂ ਹੁੰਦਾ, ਕਾਹਤੇ ਹੁੰਦਾ ਹੈ, ਉਹਦਾ ਇਲਾਜ ਹੈਗਾ ਕਿ ਨਹੀਂ ਹੈਗਾ, ਕਿ ਉਹਦੀ ਕੋਈ ਫਿਜ਼ੀਓਥੈਰੇਪੀ ਹੁੰਦੀ ਹੈ, ਕਿ ਮੈਡੀਟੇਸ਼ਨ ਹੁੰਦੀ ਹੈ, ਕਿ ਉਹਦਾ ਮੈਡੀਕਲ ਉਹਦੀ ਟ੍ਰੀਟਮੈਂਟ ਕਰਨੀ ਪੈਂਦੀ ਹੈ। ਅਸੀਂ ਭਾਜੀ ਨਾਲ ਗੱਲ ਕਰਕੇ ਸ਼ੋਅ ਨੂੰ ਅੱਗੇ ਲੈ ਕੇ ਜਾਂਦੇ ਹਾਂ। ਮੈਂ ਤੁਹਾਨੂੰ ਦੱਸਦਾ ਜਾਵਾਂ, ਅੱਜ ਦਾ ਜਿਹੜਾ ਟੌਪਿਕ ਹੈ ਇਜ਼ ਐਂਗਰ, ਗੁੱਸਾ। ਵਨ ਵੇ ਦੀ ਅਦਰ ਸਾਨੂੰ ਹਰ ਇਨਸਾਨ ਨੂੰ ਕਿਤੇ ਨਾ ਕਿਤੇ ਕਿਸੇ ਟਾਈਮ 'ਤੇ ਗੁੱਸਾ ਆਉਂਦਾ ਹੈ। ਕਿਉਂ ਆਉਂਦਾ, ਕਾਹਤੇ ਆਉਂਦਾ, ਅਸੀਂ ਕਦੀ ਸੋਚ ਨਹੀਂ ਸਕਦੇ ਕਿਉਂਕਿ ਸਾਡੇ ਪਾਸ ਟਾਈਮ ਹੀ ਨਹੀਂ ਹੈ। ਬਿਕੋਜ਼ ਅਸੀਂ ਉਹਨੂੰ ਐਕਸੈਪਟ ਕਰ ਲੈਂਦੇ ਕਿਉਂਕਿ ਸਾਡੀ ਪਾਰਟ ਆਫ ਦਾ ਲਾਈਫ ਹੈਗਾ। ਗੁੱਸਾ ਵੀ ਚੜ੍ਹਦਾ ਅਤੇ ਅਸੀਂ ਖੁਸ਼ ਵੀ ਹੁੰਦੇ ਹਾਂ। ਪਰ ਮੇ ਬੀ ਦਿਸ ਇਜ਼ ਨਾਟ ਰਾਈਟ। ਅਸੀਂ ਸਾਡੇ ਸਰਦਾਰ ਮਨਮੋਹਨ ਸਿੰਘ ਨਾਲ ਗੱਲਾਂ ਕਰਾਂਗੇ। ਮਨਮੋਹਨ ਸਿੰਘ ਜੀ, ਮੈਂ ਸਾਰਿਆਂ ਨੇ ਪਹਿਲਾਂ ਤੁਹਾਨੂੰ ਪੁੱਛਦਾ, ਗੁੱਸਾ ਕੀ ਚੀਜ਼ ਹੈ? ਗੁੱਸਾ ਇੱਕ ਸਾਡੇ ਮਨ ਦੀ ਇੱਕ ਐਲੀਮੈਂਟ ਹੈਗਾ। ਪੰਜਾਬੀ 'ਚ ਅਸੀਂ ਕਹਿੰਦੇ ਹਾਂ ਇੱਕ ਮੈਸੇਂਜਰ ਹੈ। ਪੰਜਾਬੀ 'ਚ ਬਾਣੀ 'ਚ ਅਸੀਂ ਪੜ੍ਹਦੇ ਹਾਂ, ਮੈਸੇਂਜਰ ਨੂੰ ਅਸੀਂ ਦੂਤ ਕਹਿ ਦਿੰਦੇ ਹਾਂ। ਬਾਣੀ 'ਚ ਕਹਿੰਦੇ ਪੰਜ ਦੂਤ ਤਿਨ ਵਸਤ ਕੀਤੇ ਕਾਲ ਕੰਠ ਮਾਰਿਆ। ਹੁਣ ਜਿਹੜੇ ਪੰਜ ਦੂਤ ਹੈ, ਪੰਜ ਮੈਸੇਂਜਰਸ ਹੈ। ਉਹ ਪੰਜ ਮੈਸੇਂਜਰ ਕਿਹੜੇ ਹੈਗੇ? ਸਾਰਿਆਂ ਨਾਲੋਂ ਪਹਿਲਾਂ ਕਾਮ ਆਉਂਦਾ, ਫਿਰ ਕ੍ਰੋਧ ਆਉਂਦਾ, ਫਿਰ ਲੋਭ ਆਉਂਦਾ, ਮੋਹ ਅਤੇ ਹੰਕਾਰ। ਇਹ ਇੱਦਾਂ ਆਉਂਦੇ ਆ। ਹੁਣ ਇੰਗਲਿਸ਼ ਦੇ ਵਿੱਚ ਅਸੀਂ ਉਹਨਾਂ ਨੂੰ ਟਰਾਂਸਲੇਟ ਕਰੀਏ ਤਾਂ ਪ੍ਰਾਈਡ, ਫਿਰ ਐਂਗਰ ਵੀ ਨੰਬਰ 2 'ਤੇ ਆਉਂਦਾ। ਪ੍ਰਾਈਡ, ਐਂਗਰ, ਗਰੀਡ, ਈਗੋ ਅਤੇ ਲਸਟ। ਹੁਣ ਇਹ ਜੇ ਪੰਜ ਜਿਹੜੇ ਹੈਗੇ ਆ ਨਾ, ਪੰਜਾਬੀ ਦੇ 'ਚ ਵੀ ਉਹੀ ਹੈ, ਇੰਗਲਿਸ਼ 'ਚ ਵੀ ਹੈ। ਨੰਬਰ 2 'ਤੇ ਐਂਗਰ ਆਉਂਦਾ। ਪਰ ਤੁਸੀਂ ਦੇਖੋ, ਆਪਣੇ ਗੁਰੂਆਂ ਨੇ ਕਿੰਨੇ ਸੌ ਸਾਲ ਪਹਿਲਾਂ ਦੱਸਿਆ ਹੋਇਆ, ਡਿਸਕ੍ਰਾਈਬ ਕੀਤਾ ਐਂਗਰ ਨੂੰ ਇੱਕ ਤਰ੍ਹਾਂ ਦਾ, ਜਿੱਦਾਂ ਤੁਸੀਂ ਦੱਸ ਕੇ ਕਿਉਂ ਉਹਨਾਂ ਨੇ ਕੀਤਾ ਜ਼ਰੂਰ, ਪਰ ਅਸੀਂ ਲੋਕ ਹੈਗੇ ਆ ਇੱਕ ਕੰਨ 'ਚੋਂ ਸੁਣਦੇ, ਦੂਜੇ ਕੰਨ 'ਚੋਂ ਕੱਢ ਦਿੰਦੇ। ਭਾਜੀ ਸਾਡੇ ਪਾਸ ਟਾਈਮ ਹੀ ਨਹੀਂ ਹੈ ਸੋਚਣ ਦਾ ਕਿ ਗੁੱਸਾ ਕੀ ਹੈ। ਬੰਦਾ ਬੜੀ ਆਰਡੀਨਰੀ ਜਿਹੀ ਗੱਲ ਸੋਚਦਾ। ਮੈਂ ਥੋੜ੍ਹੀ ਜਿਹੀ ਗੱਲ ਕਰਾਂਗਾ ਐਂਗਰ ਬਾਰੇ, ਫਿਰ ਮੈਂ ਤੁਹਾਨੂੰ ਅੱਗੇ ਨੈਕਸਟ ਸਵਾਲ ਪੁੱਛਾਂਗੇ। ਭਾਜੀ, ਐਂਗਰ ਇੱਕ ਚੀਜ਼ ਹੈਗੀ ਹੈ ਕਿ ਜਿਹੜੀ ਤੁਹਾਡੀ ਬੋਡੀ ਨੂੰ ਖਾਂਦਾ ਹੈ, ਤਕਲੀਫ ਦਿੰਦਾ ਹੈ, ਤੁਹਾਨੂੰ ਪਨਿਸ਼ਮੈਂਟ ਹੈ ਉਹਦੀ। ਉਹਨੂੰ ਮੈਂ ਨਾ ਇੱਕ ਹੋਰ ਗੱਲ ਦੱਸਾਂਗਾ। ਮੈਂ ਜਦੋਂ ਵੀ ਗੁੱਸੇ ਦੀ ਗੱਲ ਕਰਦਾ ਨਾ, ਮੇਰੀ ਖਾਸ ਮੇਰੀ ਮਾਮੀ ਸਾਡੇ ਪਿੰਡੋਂ ਸੀਗੀ, ਲੇਡੀ ਸੀ, ਉਸ ਮਾਮੀ ਜੀ ਕਹਿੰਦੇ ਸੀਗੇ, ਵਿਚਾਰੇ ਸ਼ੀ ਇਜ਼ ਨੋ ਲੌਂਗਰ ਵਿਦ ਅਸ, ਅਤੇ ਜਿੱਥੇ ਵੀ ਹੈ ਰੱਬ ਉਹਨਾਂ ਨੂੰ ਆਪਣੇ ਚਰਨਾਂ 'ਚ ਨਮਾਜ਼ ਕਰੇ, ਕਿ ਨਾ ਉਹ ਕਹਿੰਦੀ ਗੁੱਸਾ ਨਾ ਇੱਕ ਹਵਾ 'ਚ ਹੁੰਦਾ ਹੈ। ਉਹ ਕੀ ਹੁੰਦਾ, ਤੁਹਾਡੇ ਅੰਦਰ ਜਾਣ ਦੀ ਕੋਸ਼ਿਸ਼ ਕਰਦਾ। ਤੁਸੀਂ ਉਹਨੂੰ ਕਹੋ ਮੈਂ ਤੈਨੂੰ ਅੰਦਰ ਜਾਣ ਨਹੀਂ ਦੇਣਾ, ਯੂ ਫਾਈਟ ਵਿਦ ਦਾ ਗੁੱਸਾ। ਸੌਰੀ ਆਈ ਹੈਵ ਟੂ ਸਟਾਪ ਯੂ ਦੇਅਰ।
ਹਵਾ ਦੇ ਵਿੱਚ ਨਹੀਂ ਹੁੰਦਾ, ਹਾਂ, ਇਹ ਸਾਡੇ ਮਨ ਦਾ ਹਿੱਸਾ ਹੁੰਦਾ, ਮਨ ਦਾ ਹਿੱਸਾ। ਮਨ ਦਾ ਹਿੱਸਾ। ਹੁਣ ਮਨ ਜਿਹੜਾ ਸਾਡਾ 3 ਕਿਸਮ ਦਾ। ਮੇਰੇ ਕਹਿਣ ਦਾ ਮਤਲਬ ਉਹੀ ਨਾ ਕਿ ਸਾਡੇ ਅੰਦਰ ਹੁੰਦਾ ਹੈ, ਪਰ ਅਸੀਂ ਉਹਨੂੰ ਅੰਦਰ ਨਹੀਂ ਜਾਣ ਦਵਾਂਗੇ ਤੇ ਤੁਹਾਨੂੰ ਗੁੱਸਾ ਨਹੀਂ ਆਏਗਾ। ਟਰਾਈ ਟੂ ਕਿ ਉਹਨੂੰ ਫਾਈਟ ਕਰੋ ਕਿ ਤੂੰ ਮੇਰੇ ਅੰਦਰ ਨਹੀਂ ਜਾਏਗਾ, ਮੇਰੇ ਅੰਦਰ ਨਹੀਂ ਜਾਏਗਾ। ਕਿਉਂਕਿ ਉਹ ਜਿਹੜੀ ਮਨ ਜਿਹੜਾ ਹੈਗਾ ਨਾ, ਇਹ ਜਿਹੜੀ ਐਂਗਰ ਹੈਗਾ, ਇਹ ਨੋਨ ਫਿਜ਼ੀਕਲ ਹੈ। ਕਿ ਬੋਡੀ ਸਾਡੀ ਫਿਜ਼ੀਕਲ ਹੈ, ਫਿਜ਼ੀਕਲ ਔਰ ਨੋਨ ਫਿਜ਼ੀਕਲ ਕੰਬਾਈਨ ਕਰਕੇ ਸਾਡੀ ਬੋਡੀ ਬਣੀ ਹੋਈ ਹੈ। ਅਤੇ ਜਦੋਂ ਕੋਈ ਬੰਦਾ ਗੱਲ ਕਰਦਾ ਅਤੇ ਸਾਨੂੰ ਉਹਦੀ ਗੱਲ ਸੁਣਦੇ ਆ, ਸਾਡੇ ਅੰਦਰ ਨਾ ਇੱਕ ਕਿਸਮ ਦਾ ਨਾ ਡਰ ਪੈਦਾ ਹੋ ਜਾਂਦਾ। ਉਹ ਡਰ ਜਿਹੜਾ ਨਾ, ਉਹ ਜਾ ਕੇ ਐਂਗਰ ਨੂੰ ਜਗਾਉਂਦਾ, ਜਿਹੜਾ ਸੁੱਤਾ ਹੁੰਦਾ ਪਿੱਛੇ। ਜਦੋਂ ਉਹ ਜਾਗਦਾ, ਕਹਿੰਦਾ ਬਸ ਹੁਣ ਮੇਰੀ ਵਾਰੀ ਆਈ ਹੈ, ਚੱਲ ਮੈਂ ਹੁਣ ਇਹਦੀ ਖਬਰ ਲੈਣਾ। ਅਤੇ ਉਹ ਤੁਰਦਾ ਅਤੇ ਉਹ ਇਨਸਾਨ ਦੀ ਫਿਜ਼ੀਕਲ ਬੋਡੀ ਯੂਜ਼ ਕਰਕੇ ਨਾ ਦੂਜੇ ਦਾ ਡੈਮੇਜ ਕਰਦਾ। ਇਸ ਕਰਕੇ ਆਪਣਾ ਵੀ ਡੈਮੇਜ ਕਰਦਾ, ਨਾਲ ਦੂਜੇ ਦਾ ਵੀ ਕਰਦਾ। ਬਿਲਕੁਲ, ਕਿਉਂਕਿ ਜਿਸਮ ਨੂੰ ਤਕਲੀਫ ਪਹੁੰਚਦੀ ਹੈ ਗੁੱਸੇ ਹੋਣਾ, ਪਹਿਲਾਂ ਤਾਂ ਸਾਰਿਆਂ ਨੂੰ ਜ਼ਿਆਦਾ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਟੋਟਲੀ। ਤੁਹਾਨੂੰ ਬੰਦਾ ਜਦੋਂ ਭਾਜੀ ਇੱਕ ਚੀਜ਼ ਹੁੰਦੀ ਹੈ, ਬੜੀ ਦਫਾ ਕਿਹਾ ਜਾਂਦਾ, ਤੁਸੀਂ ਮੈਨੂੰ ਦੱਸਿਓ ਕਿ ਇਹ ਸਹੀ ਹੈਗਾ ਕਿ ਨਹੀਂ ਹੈਗਾ। ਕਹਿੰਦੇ ਜਦੋਂ ਤੁਹਾਨੂੰ ਕੋਈ ਇੱਦਾਂ ਦੀ ਸਿਚੁਏਸ਼ਨ ਹੁੰਦੀ ਹੈ ਨਾ ਕਿ ਤੁਸੀਂ ਵਰਕਅਪ ਹੋ ਰਹੇ ਹੋ, ਯੂ ਆਲਵੇਜ਼ ਕਾਊਂਟ ਅਪ ਟੂ 10। ਦੈਟ ਇਜ਼ ਵੈਰੀ ਗੁੱਡ, ਯੂ ਸੈਡ ਇਟ। ਮੈਂ ਇਹ ਇੱਕ ਕਰਨਾ ਸੀ, ਤੁਸੀਂ ਬਿਫੋਰ ਯੂ ਬ੍ਰਿੰਗ ਇਟ ਆਊਟ, ਉਹਨੂੰ ਨਾ ਉਹ ਵਕਤ ਨੂੰ ਰੋਕ ਲਵੋ, ਤੁਸੀਂ ਬੜਾ ਡੈਮੇਜ ਬਚਾ ਲਓਗੇ। ਹੁਣ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਹੁਣ ਤੁਸੀਂ ਗੱਲਾਂ ਕਰ ਰਹੇ ਮੇਰੇ ਨਾਲ, ਤੁਸੀਂ ਮੇਰੇ ਨਾਲੋਂ ਜ਼ਿਆਦਾ ਸਪੀਡ 'ਤੇ ਗੱਲ ਕਰ ਰਹੇ। ਜੇ ਕਿਸੇ ਨੂੰ ਕੋਈ ਗੱਲ ਸਮਝਾਉਣੀ ਹੋਏ ਨਾ, ਇੱਕ ਸੈਂਟੈਂਸ ਦਿਓ, ਉਹਦੇ ਬਾਅਦ 2 ਜਾਂ 3 ਸੈਕਿੰਡ ਦਾ ਗੈਪ ਦਿਓ। 1 2 3। ਉਹ ਜਿਹੜਾ ਸੈਂਟੈਂਸ ਕੀ ਦੱਸਿਆ ਗਿਆ ਹੁੰਦਾ ਨਾ, ਉਹ ਕੰਪਰੀਹੈਂਡ ਕਰ ਲੈਂਦਾ। ਫਿਰ ਦੈਨ ਯੂ ਡੂ ਦ ਨੈਕਸਟ ਸੈਂਟੈਂਸ। ਇੱਦਾਂ ਕਰਦੇ 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 ਤੁਸੀਂ ਸਪੀਚ ਆਪਣੀ ਕੈਰੀ ਔਨ ਕਰੋ, ਅਤੇ ਬੰਦੇ ਨੂੰ ਸਾਰੀ ਸਮਝ ਪੈ ਜਾਂਦੀ ਹੈ, ਅਤੇ ਦੈਨ ਹੀ ਵੋਂਟ ਮੇਕ ਅ ਮਿਸਟੇਕ। ਆਪਾਂ ਥੋੜ੍ਹੀ ਗੱਲ ਕੀਤੀ ਕਿ ਗੁੱਸਾ ਕੀ ਹੈਗਾ। ਦੂਜਾ ਕੁਐਸਚਨ ਤੇ ਥੋੜ੍ਹਾ ਸਿਮਿਲਰ ਹੀ ਹੈਗਾ, ਅਸੀਂ ਗੁੱਸੇ ਕਿਉਂ ਹੁੰਦੇ ਆ? ਦੈਟ ਇਜ਼ ਅ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਮੈਨੂੰ ਇਹ ਕੋਈ ਚੀਜ਼ ਹੈ ਜਿੱਦਾਂ ਸੁੱਚ ਲੱਗੀ ਟ੍ਰਿਗਰ ਹੋ ਜਾਂਦੀ ਹੈ। ਹੁਣ ਤੁਹਾਨੂੰ ਮੈਂ ਇੱਕ ਮਿਸਾਲ ਦਾਂਗਾ। ਤੁਹਾਡੇ ਕੋਲ ਮੋਬਾਈਲ ਫੋਨ ਹੈਗਾ, ਹਾਂਜੀ, ਤੁਹਾਨੂੰ ਕਿੰਨਾ ਚੰਗਾ ਲੱਗਦਾ। ਹਾਂ, ਹੁਣ ਉਹ ਜੇ ਕਿਤੇ ਇਨਸਾਨ ਦੀ ਆਦਤ ਹੈਗੀ ਹੈ ਕਿ ਗੁੱਸਾ ਕਿਉਂ ਆਉਂਦਾ, ਜਦੋਂ ਇਨਸਾਨ ਦੀ ਸਾਰਿਆਂ ਨਾਲੋਂ ਮੋਸਟ ਵੈਲਿਊਏਬਲ ਚੀਜ਼ ਆਊਟ ਆਫ ਪਲੇਸ ਹੋ ਜਾਏ, ਗੁਆਚ ਜਾਏ ਨਾ, ਅਤੇ ਗੁੱਸਾ ਕਰੇਗਾ। ਉਹਨੂੰ ਗੁੱਸਾ ਆ ਜਾਂਦਾ। ਜਿਹੜਾ ਪਹਿਲਾ ਬੰਦਾ ਆਏਗਾ ਉਹ 'ਤੇ ਕੱਢੇਗਾ ਗੁੱਸਾ, ਪਰ ਉਹਨੇ ਆਪ ਰੱਖੀ ਹੁੰਦੀ ਹੈ, ਕਿਸੇ ਦਾ ਫਾਲਟ ਨਹੀਂ ਹੁੰਦਾ। ਇਟਸ ਓਨਲੀ ਦੀ question of when you lose the most valuable thing of your life, the anger comes in. ਉਦੋਂ ਐਂਗਰ ਆਉਂਦਾ, ਉਦੋਂ ਉਹਦੀ ਦੇਰ ਤੱਕ ਐਂਗਰ ਨਹੀਂ ਆਏਗਾ। ਜਦੋਂ ਐਂਗਰ ਆ ਗਿਆ, ਫਿਰ ਉਹਨੂੰ ਤੁਸੀਂ ਤੁਸੀਂ ਕਹਿੰਦੇ 10 ਸੈਕਿੰਡ ਤੁਸੀਂ ਦੱਸਿਆ, I give 7 seconds. 1 2 3 4 5 6 7। ਜਿੱਦਾਂ ਅਸੀਂ ਬਰੀਥ ਕਰਦੇ ਹਾਂ ਨਾ, ਇਸ ਬਰੀਦਿੰਗ ਰੇਟ 'ਤੇ ਕਾਊਂਟ ਕਰਕੇ ਦੈਨ ਯੂ ਥਿੰਕ ਬੈਕ ਕਿ ਅਗਲੇ ਨੇ ਕੀ ਕਿਹਾ ਸੀ। ਅਗਲੇ ਨੇ ਕੀ ਕਿਹਾ ਸੀ, ਇਹ ਨਹੀਂ ਕਿ ਉਹਨੇ ਤੁਹਾਨੂੰ ਗੁੱਸਾ ਚੜ੍ਹਾਉਣ ਵਾਸਤੇ ਕਿਹਾ ਸੀਗਾ, ਉਹਨੇ ਤੁਹਾਨੂੰ ਜਾਗਰਤ ਕਰਨ ਵਾਸਤੇ ਕਿਹਾ ਸੀ ਕਿ ਦੇਖ ਭਾਈ, ਬੀ ਅਵੇਅਰ ਕਿ ਇਹ ਗਲਤੀ ਹੋ ਗਈ ਹੈ ਅਤੇ ਤੂੰ ਆਪਣੇ ਆਪ ਨੂੰ ਸੁਧਾਰ ਲੈ। ਅਤੇ ਜੇ ਅਸੀਂ ਉਹ ਗਲਤੀ ਨੂੰ ਸੁਧਾਰਨ ਦੀ ਬਜਾਏ ਅਸੀਂ ਉਹਦੇ ਨਾਲ ਲੜਨ ਲੱਗ ਪਈਏ, ਤਾਂ ਫਿਰ ਉਹ ਤਾਂ ਉਹੀ ਗੱਲ ਹੋ ਗਈ, ਇੱਕ ਰੂਮ ਦੇ ਵਿੱਚ ਯੂ ਕੈਂਟ ਹੈਵ 2 fools in one room। ਇੱਕੋ ਹੀ ਹੋਣਾ ਚਾਹੀਦਾ। ਯੂ ਡੋਂਟ ਹੈਵ ਟੂ ਗੋ ਟੂ ਹਿਸ ਲੈਵਲ। ਅਤੇ ਉਹਨੂੰ ਨਾ ਥੋੜ੍ਹਾ ਟਾਈਮ ਦੇਣਾ ਚਾਹੀਦਾ। ਜੇ ਫਿਰ ਵੀ ਨਾ ਜਾਏ, then you go up to the 10 seconds gap ਜਿਹੜਾ ਤੁਸੀਂ ਕਹਿ ਰਹੇ ਸੀਗੇ, that is fine। 10 ਸੈਕਿੰਡ ਦਾ ਗੈਪ ਜੇ ਉਹਦੇ 'ਚ ਨਾ ਕਿਉਰ ਹੋਏ, ਫਿਰ then you are in trouble। ਉਹ ਟਰਬਲ ਕੀ ਹੈ?
ਅਸੀਂ ਆਮ ਤੌਰ ਤੇ ਬੰਦਿਆਂ ਨੂੰ ਕਹਿੰਦੇ ਆ ਕਿ ਤੁਸੀਂ ਇੱਕ ਫਾਰਮ ਤੇ ਚਲੇ ਜਾਓ ਜਿੱਥੇ ਪਲੈਂਟੀ ਆਫ ਸ਼ੀਪ ਹੈਗੀਆਂ, ਸੇ ਅਬਾਊਟ 100 ਸ਼ੀਪ ਹੈ ਐਂਡ ਦੇ ਆਰ ਆਲ ਇਨ ਅ ਕੰਪਾਊਂਡ, ਤੇ ਉਹਨਾਂ ਨੂੰ ਨਾ ਇੱਕ ਇੱਕ ਕਰਕੇ ਬਾਹਰ ਕੱਢੀ ਜਾਓ, ਕਾਊਂਟ ਕਰੋ 1 2 3 3 ਅਪ ਟੂ 100 ਐਜ਼ ਦੇ ਆਰ ਕਮਿੰਗ ਆਊਟ, ਐਂਡ ਦੈਨ ਉਸ ਤੋਂ ਬਾਅਦ ਵਾਪਸ ਉਹਨਾਂ ਨੂੰ bring them back, count backwards 100 99 98 all the way back to 1. By the time you come to 1 you're already relaxed and all the tension is gone and the anger is gone. ਪਰ ਜੀ ਅਸੀਂ ਹੁਣ ਗੱਲ ਕਰਦੇ ਹਾਂ ਕਿ ਗੁੱਸਾ ਆਉਂਦਾ ਕਿੱਥੋਂ ਹੈ। ਹੁਣ ਤੁਸੀਂ ਥੋੜ੍ਹਾ ਬਹੁਤਾ ਸਮਝਾਇਆ ਕਿ ਜੇ ਤੁਸੀਂ ਕੋਈ ਬੜੇ ਪਰਟੀਕੂਲਰ ਹੈਗੇ ਹੋ, ਕਿਤੇ ਥੋੜੀ ਚੀਜ਼ ਉੱਥੋਂ ਨਾ ਮਿਲੇ ਜਿੱਥੇ ਤੁਸੀਂ ਰੱਖੀ ਤੁਹਾਨੂੰ ਗੁੱਸਾ ਆ ਜਾਂਦਾ, ਬਟ ਦੈਟ ਇਜ਼ ਨਾਟ ਆਲਵੇਜ਼ ਦਾ ਕੇਸ। ਕਈ ਦਫਾ ਮੈਂ ਤੁਹਾਨੂੰ ਪੁੱਛਦਾ ਫਿਰ ਤੁਸੀਂ ਮੇਰਾ ਜਵਾਬ ਦੇਣਾ, ਗੁੱਸਾ ਆਉਂਦਾ ਕਿੱਥੋਂ, ਮੈਂ ਤੁਹਾਨੂੰ ਸਵਾਲ ਪੁੱਛਾਂਗਾ। ਇੱਕ ਤਾਂ ਤੁਸੀਂ ਚੀਜ਼ਾਂ ਦਾ ਦੱਸ ਦਿੱਤਾ, ਉਹ ਜਿਹੜੀ ਮੈਨੂੰ ਫਿਨਿਸ਼ ਕਰ ਲੈਣਾ ਕਿ ਇੱਕ ਤੁਸੀਂ ਚੀਜ਼ਾਂ ਦਾ ਦੱਸ ਦਿੱਤਾ। ਦੂਸਰਾ ਕੀ ਹੁੰਦਾ, ਕਈ ਬੰਦੇ ਹੁੰਦੇ ਨੇ ਬਹੁਤ ਟੱਚੀ ਹੁੰਦੇ ਨੇ, ਉਹ ਇੱਕਦਮ ਟ੍ਰਿਗਰ ਹੋ ਜਾਂਦੇ ਨੇ ਗੁੱਸੇ ਦੇ ਵਿੱਚ। ਕਈ ਹੁੰਦੇ ਨੇ ਬੜੇ ਕਾਮ ਹੁੰਦੇ ਨੇ, ਉਹਨੂੰ ਤੁਸੀਂ ਕੁਝ ਵੀ ਕਰੀ ਜੋ ਉਹਨਾਂ ਨੂੰ ਗੁੱਸਾ ਪਹੁੰਚਦਾ ਨਹੀਂ। ਤੇ ਇਹ ਕਿਉਂ ਇੱਦਾਂ, ਕਿਉਂ ਕੀ ਗਿਫਟ ਕਿੱਦਾਂ ਹੁੰਦੀ ਬੰਦਿਆਂ ਨੂੰ? ਇਹ ਜਿਹੜੀ ਹੈ ਨਾ ਨੇਚਰ ਨੇ ਸਾਨੂੰ ਬਣਾਇਆ ਹੀ ਇੱਦਾਂ ਦਾ ਕਿ ਸਮ ਪੀਪਲ ਆਰ ਵੈਰੀ ਸੈਂਸਿਟਿਵ। ਹਾਂ, ਜਿਹੜਾ ਮਾੜੀ ਜਿਹੀ ਗੱਲ ਕਹੋ ਤਾਂ ਉਹ ਟੱਚੀ ਹੋ ਜਾਂਦੇ। ਕਈ ਜਿਹੜੇ ਐਸੇ ਹੁੰਦੇ ਉਹਨਾਂ ਨੂੰ ਸਮਝਾ ਕੇ ਡੰਡਿਆਂ ਨਾਲ ਤੇ ਸਮਝਾਈ ਜਾਓ, ਉਹਨਾਂ ਨੂੰ ਨਹੀਂ ਸਮਝ ਪੈਂਦੀ, ਜਿਹਨੂੰ ਕਹਿੰਦੇ ਨੇ ਥਿਕ ਹੈਡਡ, ਉਹ ਵੀ ਹੈਗੇ ਆ। ਪਰ ਇਹ ਜਿਹੜੀ ਹੈਗੀ ਹੈ ਗੁੱਸਾ ਜਿਹੜਾ ਹੈਗਾ ਆਉਂਦਾ ਜ਼ਰੂਰ ਹੈ। ਮੈਂ ਜਿੱਦਾਂ ਕਿਹਾ ਸੀ, ਜੇ ਸਾਡੀ ਮੋਸਟ ਵੈਲਿਊਏਬਲ ਚੀਜ਼, ਨੋਟ ਐਨੀ ਵੈਲਿਊਏਬਲ, ਵਿਚ ਇਜ਼ ਸਾਡੀ ਡੀਅਰੈਸਟ ਐਂਡ ਮੋਸਟ ਵੈਲਿਊਏਬਲ, ਜਿਹਦੇ ਬਗੈਰ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ। ਬੜੀ ਇੰਟਰਸਟਿੰਗ ਗੱਲ ਮੇਰੇ ਦਿਮਾਗ 'ਚ ਗੱਲ ਹੈ। ਆਪਾਂ ਬਹੁਤ ਗੱਲਾਂ ਕਰਨੀਆਂ, ਪਲੀਜ਼ ਵਾਚ ਕਰਿਓ। ਮੈਂ ਕਈ ਦਫਾ ਕਹਿੰਦਾ ਹੁੰਦਾ ਕਿਉਂਕਿ ਕਈ ਦਫਾ ਨਾ ਅਸੀਂ ਗੱਲ ਕਰਦੇ ਨਾ, ਇੱਕ ਦਿਮਾਗ 'ਚ ਪੈਂਦੀ, ਬੰਦੇ ਦੀ ਲਾਈਫ ਚੇਂਜ ਹੋ ਜਾਂਦੀ ਹੈ। ਪਰ ਜੀ ਮੈਂ ਤੁਹਾਨੂੰ ਹੁਣ ਮੈਡੀਕਲ ਟਰਮ 'ਚ ਪੁੱਛਾਂ, ਇਸ ਗੁੱਸਾ ਬਿਮਾਰੀ? ਨਹੀਂ, ਇਹ ਬਿਮਾਰੀ ਨਹੀਂ ਹੈ। ਦਿਸ ਇਜ਼ ਅ ਮੈਂਟਲ ਸਟੇਟ, ਇਟ ਇਜ਼ ਅ ਮੈਂਟਲ ਸਟੇਟ ਆਫ ਮਾਈਂਡ। ਤੇ ਫਿਰ ਬਿਮਾਰੀ ਹੋ ਗਈ? ਨਹੀਂ, ਇਟ ਇਜ਼ ਨਾਟ ਸਾਈਕੋਲੋਜੀਕਲ, ਜਿਹਨੂੰ ਕਹਿੰਦੇ ਨਰਵਸ ਸਿਸਟਮ ਦੇ ਨਾਲ ਨਹੀਂ ਕਨੈਕਟਡ ਹੈਗੇ। ਕਿਉਂਕਿ ਜਿਹੜਾ ਮਾਈਂਡ ਹੈਗਾ ਇਟ ਇਜ਼ ਨੋਨ ਫਿਜ਼ੀਕਲ, ਇਟ ਇਜ਼ ਨਾਟ ਫਿਜ਼ੀਕਲ। ਜੇ ਫਿਜ਼ੀਕਲ ਹੁੰਦਾ ਤਾਂ ਫਿਰ ਬਿਮਾਰੀ ਅਸੀਂ ਕਹਿ ਸਕਦੇ ਸੀ। ਇਟ ਇਜ਼ ਨਾਟ ਫਿਜ਼ੀਕਲ, ਇਟਸ ਨੋਨ ਫਿਜ਼ੀਕਲ ਨੂੰ ਅਸੀਂ ਟ੍ਰੀਟ ਨਹੀਂ ਕਰ ਸਕਦੇ। ਐਕਸਪਲੇਨ ਕਰੋ ਤੁਸੀਂ, ਫਿਜ਼ੀਕਲ ਨੋਨ ਫਿਜ਼ੀਕਲ ਦਾ ਕੀ ਮਤਲਬ? ਕਿਉਂਕਿ ਜੇ ਤੁਸੀਂ ਤੁਹਾਨੂੰ ਬੁਖਾਰ ਚੜਿਆ, ਦੈਟਸ ਨੋਨ ਫਿਜ਼ੀਕਲ, ਪਰ ਬਿਮਾਰੀ ਹੈ। ਨਹੀਂ, ਬੁਖਾਰ ਚੜਿਆ ਦੈਟ ਇਜ਼ ਫਿਜ਼ੀਕਲ। ਤੇ ਗੁੱਸਾ ਫਿਜ਼ੀਕਲ ਨਹੀਂ ਹੈ? ਗੁੱਸਾ ਫਿਜ਼ੀਕਲ ਨਹੀਂ ਹੈ। ਪਤਾ ਨਹੀਂ ਮੈਨੂੰ, ਆਮ ਬਿਟ ਲੌਸਟ ਦੇਅਰ। ਕਿਉਂਕਿ ਇੱਕ ਜਿਹੜਾ ਫੀਅਰ ਹੈਗਾ, ਫੀਅਰ ਹੁੰਦਾ ਫਿਜ਼ੀਕਲ, ਤੁਸੀਂ ਕੰਬ ਜਾਂਦੇ ਫੀਅਰ ਦੇ ਨਾਲ। ਅਤੇ ਉਹ ਜਿਹੜਾ ਫੀਅਰ ਨਾ, ਇਟ ਟ੍ਰਿਗਰਸ ਦੀ ਐਂਗਰ, ਜਿਹੜਾ ਆਰਾਮ ਦੇ ਨਾਲ ਮਸਤ ਹੋ ਕੇ ਬੈਠਾ ਹੁੰਦਾ। ਜਦੋਂ ਉਹਦੇ ਕੋਲ ਮੈਸੇਜ ਆਉਂਦੀ ਹੈ ਕਿ ਕਿਸੇ ਨੇ ਤੁਹਾਨੂੰ ਇੱਦਾਂ ਡਰਾਇਆ, ਉਹ ਉੱਠ ਕੇ ਉਹ ਰੈਡੀ ਹੋ ਜਾਂਦਾ, ਮੈਂ ਜਾ ਕੇ ਬਦਲਾ ਲੈਂਦਾ। ਫਿਰ ਉਹ ਜਿਹੜਾ ਨੋਨ ਫਿਜ਼ੀਕਲ ਹੁੰਦਾ ਨਾ, ਉਹ ਤੁਹਾਡੀ ਫਿਜ਼ੀਕਲ ਬੋਡੀ ਯੂਜ਼ ਕਰਕੇ ਅਟੈਕ ਕਰਦਾ। ਭਾਅ ਜੀ ਮੇਰੇ ਕੁਐਸਚਨ ਬੜੇ ਇੱਕ ਦੂਜੇ ਨਾਲ ਕੰਟਰਡਿਕਟ ਹੋ ਰਹੇ ਨੇ। ਮੈਂ ਪੁੱਛਿਆ ਕਿ ਬੰਦਿਆਂ ਨੂੰ ਗੁੱਸਾ ਕਿਉਂ ਆਉਂਦਾ ਹੈ? ਹੁਣ ਇਹਦੇ ਵਿੱਚ ਨਾ ਦੋ ਤਿੰਨ ਗੱਲਾਂ ਨੇ। ਇੱਕ ਤਾਂ ਹੁੰਦਾ ਟੋਲਰੈਂਸ, ਕਿ ਬੰਦਾ ਐਕਸੈਪਟ ਕਰਦਾ ਜੋ ਤੁਸੀਂ ਕਹਿੰਦੇ ਹੋ ਨਾ। ਬੰਦਾ ਕਹਿੰਦਾ ਚਲੋ, ਜਿੱਦਾਂ ਤੁਸੀਂ ਕਿਹਾ ਕਿ ਦੋ ਫੂਲ ਇੱਕ ਰੂਮ 'ਚ ਨਹੀਂ ਬੈਠ ਸਕਦੇ, ਮੈਂ ਤੁਹਾਨੂੰ ਗੱਲ ਕਰਦਾ ਹੁਣ। ਕਿਉਂਕਿ ਇੱਕ ਬੰਦਾ ਆਪਣੇ ਆਪ ਨੂੰ ਸਮਝਦਾ ਮੇਰੀ IQ ਬੜੀ ਹਾਈ ਹੈ, ਮੈਂ ਬੜਾ ਕਲੈਵਰ ਹੈ। ਦੂਜੇ ਨੇ ਗੱਲ ਕੀਤੀ ਹੈ, ਗੁੱਸੇ ਚਲਾਉਣ ਵਾਲੀ ਗੱਲ ਕੀਤੀ ਹੈ, ਲੇਕਿਨ ਉਹਨੂੰ ਦੇਖ ਕੇ ਕਿ ਬੰਦਾ ਥੋੜ੍ਹਾ ਜਿਹਾ ਇੱਦਾਂ ਦਾ ਹੈਗਾ ਤਾਂ ਗੁੱਸਾ ਨਹੀਂ ਕਰਦਾ, ਕੰਟਰੋਲ ਕਰ ਲੈਂਦਾ ਆਪਣੀ ਉਹਨੂੰ ਗੁੱਸੇ ਨੂੰ। ਇਹ ਇੱਦਾਂ ਹੁੰਦਾ ਕਿ ਨਹੀਂ ਹੁੰਦਾ ਚੀਜ਼? ਹੁਣ ਮੈਂ ਤੁਹਾਨੂੰ ਮੈਂ ਇੱਥੇ ਪੜ੍ਹਦਾ ਰਹਿੰਦਾ, ਪੜ੍ਹ ਕੇ ਹਰ ਇੱਕ ਨਹੀਂ ਯਾਦ ਰਹਿੰਦੀ, ਮੈਂ ਲਿਖ ਕੇ ਲਿਆਂਦਾ ਹੋਇਆ, ਜਿਵੇਂ ਤੁਹਾਨੂੰ ਦੱਸਾਂ ਪੜ੍ਹ ਕੇ, ਅਤੇ ਤੁਸੀਂ ਮੰਨ ਜਾਓਗੇ। ਇਹ ਬੁੱਧਿਸਟ ਜਿਹੜੇ ਆ ਨਾ, ਉਹਨਾਂ ਨੇ ਆਪਣੀ ਧਰਮ ਦੇ ਜਿਹੜੀ ਗੱਲ ਲਿਖੀ ਹੈ, ਬੜੀ ਜ਼ਬਰਦਸਤ ਲਿਖੀ ਹੈ। ਉਹਨਾਂ ਨੇ ਕੀ ਲਿਖਿਆ? ਮੇਕ ਐਂਗਰ ਯੂਰ ਐਨੀਮੀ। ਬਿਲਕੁਲ। ਅਤੇ ਉਹਨੇ ਕੀ ਲਿਖਿਆ? ਅਨਕੰਟਰੋਲ ਐਂਗਰ blinds us and we lose our power to judge between good and the bad. How many times we have said that to be angry is normal,
ਐਂਡ ਨੈਚੁਰਲ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਬਟ ਟੂ ਐਗਜ਼ਿਬਿਟ ਇਟ is unnatural and beastly, but it's worth it. And it is really unrealistic to hope that all human beings should have the same nature, good and noble, and without any trace of anger. We are the products of different circumstances we are born into and brought up. That is conditioning body ਦੀ ਸਾਡੀ ਜਿੱਦਾਂ ਜ਼ਿੰਦਗੀ conditioning ਹੁੰਦੀ ਅੱਛਾ ਫਿਰ ਇਹਨਾਂ ਨੇ ਲਿਖਿਆ Take what Buddha said on angry people. The first one, ਹੁਣ 3 types ਦੀ ਉਹਨੇ ਦੱਸੇ anger. First one, people is like letters carved on rocks. First type are those people like letters carved on rock. They easily give way to anger and refuse to get rid of their anger for a long period of time. In the second type, it will be letters written on sand. They too are prone to anger, but not for long. Just like words written on sand don't last long. And in the third case, it is like letters written on running water. They too get angry and where we do. But their anger is like the passage of water and does not remain with them to exhibit and display against their enemies. One can happily say to be angry is inhuman. Nature and there can't be anyone without anger. The only difference is that most of us are carried away and fall victims to our own anger as weapon and of strength is hit more than the one who is targeted. We are victims of our own anger. You can understand your own nature. Then you can use anger as a weapon of strength to improve not only yourself but others as well. And the feeling you get after the positive use of one's anger can be nothing short of bliss. And when not controlled, blinds us and we lose the power to judge between good and the bad. The bestial nature of our being gets an upper hand and takes complete possession over us, make us do monstrous deeds. Bitterness is like cancer. It eats upon the host, but anger is like fire. It burns you. ਇਹ ਬੁੱਧਿਸਟ ਨੇ ਸਾਰੇ ਹਿਊਮਨ ਨੇਚਰ ਦੱਸਿਆ ਅਸੀਂ ਕਿੱਦਾਂ ਬਿਹੇਵ ਕਰਦੇ ਹਾਂ ਅਤੇ ਆਈ ਕੁਆਇਟ ਇੰਜੋਇਡ ਦੈਟ ਵਨ ਕਿ ਵੀ ਅਸੀਂ ਸੋਚਦੇ ਬਾਅਦ 'ਚ ਪਹਿਲਾਂ ਕਰਦੇ ਹਾਂ ਜਿੱਦਾਂ ਮਾਫ਼ ਕਰਨਾ ਕਈ ਵਾਰੀ ਸਾਡੀ ਪੰਜਾਬੀਆਂ ਦੀ ਆਦਤ ਹੁੰਦੀ ਹੈ ਅਸੀਂ ਪਹਿਲਾਂ ਮਾਰਦੇ ਹਾਂ ਬਾਅਦ 'ਚ ਸੋਚਦੇ ਹਾਂ ਪੰਜਾਬੀ 'ਚ ਕਹਿੰਦੇ ਆ ਪਹਿਲਾਂ ਤੋਲੋ ਫਿਰ ਬੋਲੋ ਪਰ ਅਸੀਂ ਤੋਲਦੇ ਬਾਅਦ 'ਚ ਪਹਿਲਾਂ ਬੋਲਦੇ ਹਾਂ ਅਤੇ ਉਹਦੇ ਨਾਲ ਆਲਰੇਡੀ ਅਸੀਂ ਦੂਜੇ 'ਤੇ ਡੈਮੇਜ ਕਰ ਚੁੱਕੇ ਹੁੰਦੇ ਹਾਂ The gussa actually is not gussa itself. It's another few words which are expressed to explain certain things. ਤੇ ਜੇ ਅਸੀਂ ਉਹਨੂੰ ਗੁੱਸਾ ਸਮਝੀਏ ਤਾਂ ਸਾਡਾ ਫਾਲਟ ਹੈ that is non-physical. You know what I mean? ਭਾਜੀ ਕਈ ਦਫਾ ਅਸੀਂ ਗੁੱਸੇ ਦੀ ਜੇ ਤੁਸੀਂ ਗੱਲ ਬੜਾ ਤਰੀਕਾ ਡਿਫਰੈਂਟ ਤਰੀਕੇ ਨਾਲ ਗੁੱਸਾ ਆਉਂਦਾ ਹੈ ਕੋਈ ਚੀਜ਼ ਤੁਸੀਂ ਬੜੇ ਮੈਕੂਲੇਟ ਬੰਦੇ ਹੈਗੇ ਹੋ ਤੁਹਾਡੀ ਚੀਜ਼ ਜਿੱਥੇ ਹੋਣੀ ਚਾਹੀਦੀ ਉੱਥੇ ਹੋਣੀ ਚਾਹੀਦੀ ਹੈ ਕਈ ਦਫਾ ਤੁਸੀਂ ਕੋਈ ਬੜੀ ਮੈਚਿਓਰਡ ਗੱਲ ਸੁਣਨ ਦੀ ਆਦਤ ਹੈਗੀ ਹੈ ਬੜਾ ਚਾਈਲਡਿਸ਼ ਬੋਲਣ ਦੀ ਲਾਈਕ ਕਰਦੇ ਕੋਈ ਬੰਦੇ ਖੁਸ਼ ਰਹਿੰਦੇ ਤੁਸੀਂ ਉਹਨੂੰ ਦੇਖ ਕੇ ਕਹਿੰਦੇ ਬਈ ਇਹ ਕਿਉਂ ਹੱਸੀ ਜਾਂਦਾ ਪਾਗਲੀ ਤਰ੍ਹਾਂ ਦਾ ਡਿਫਰੈਂਟ ਰੀਜ਼ਨ ਕਿ ਗੁੱਸਾ ਕਿਉਂ ਕਾਹਤੇ ਆਉਂਦਾ ਹੈ ਹੁਣ ਜਿੱਦਾਂ ਬੰਦੇ ਜਿਹੜੇ ਦੋ ਹੋਣ ਕਪਲ ਹੋਣ ਬਾਈ ਚਾਂਸ ਉਹਨਾਂ ਦੇ ਆਦਤਾਂ ਮਿਲਣੀਆਂ ਚਾਹੀਦੀਆਂ ਨੇ ਅਦਰਵਾਈਜ਼ ਫਿਰ ਤਾਂ ਗੁੱਸੇ ਦੀ ਗੱਲ ਆ ਜਾਂਦੀ ਹੈ ਕਿਉਂਕਿ ਥੋੜ੍ਹੀ ਚੀਜ਼ ਇਰੀਟੇਟ ਕਰੇਗੀ ਥੋੜ੍ਹੀ ਚੀਜ਼ ਇਰੀਟੇਟ ਕਰੇਗੀ ਅਤੇ ਗੁੱਸਾ ਵੱਧਦਾ ਜਾਏਗਾ ਤਾਂ ਐਂਡ ਦੇ ਵਿੱਚ ਕੀ ਹੋਏਗਾ ਜਿਹੜਾ ਮੈਰਿਜ ਨੂੰ ਨੁਕਸਾਨ ਪਹੁੰਚਦਾ ਤਾਂ ਪਹੁੰਚਦਾ ਲੇਕਿਨ ਮੈਡੀਕਲੀ ਜਿਸਮ ਨੂੰ ਕਿੰਨਾ ਨੁਕਸਾਨ ਪਹੁੰਚਦਾ ਤੁਸੀਂ ਕਪਲਸ ਦੀ ਗੱਲ ਕਰ ਰਹੇ ਹੈ ਦਿਸ ਇਜ਼ ਵੈਰੀ ਇੰਟਰਸਟਿੰਗ ਪੁਆਇੰਟ ਯੂ ਹੈਵ ਪਿਕਡ ਅਪ ਇਹ ਕਪਲਸ ਜਿਹੜੇ ਹੈਗੇ ਦੇ ਟੂ ਡਿਫਰੈਂਟ ਇੰਡੀਵਿਜੂਅਲਸ ਕਿਉਂਕਿ ਨੇਚਰ ਨੇ ਸਾਨੂੰ ਇੱਦਾਂ ਦਾ ਬਣਾਇਆ ਕਿ ਸਾਡੇ ਆਪਣੇ ਕਰਮ ਅਸੀਂ ਨਾਲ ਲੈ ਕੇ ਆਏ ਹਾਂ ਜਿੱਦਾਂ ਅਸੀਂ ਧਰਮਾਂ ਦੇ ਸੁਣਦੇ ਹਾਂ ਕਿ ਕਰਮੀ ਆਪੋ ਆਪਣੀ ਕਿਆ ਨੇੜੇ ਕਿਆ ਦੂਰ
ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ। ਹੁਣ ਇਹ ਜਿਹੜੇ ਹੈਗੇ ਆਪੋ ਆਪਣੇ ਕਰਮ ਹੈ, ਇਸ ਕਰਕੇ ਦੋ ਜੀਵ ਇਕੱਠੇ ਰਹਿੰਦੇ ਆ ਪਰ ਇਕੱਠੇ ਰਹਿ ਨਹੀਂ ਸਕਦੇ। ਜਿੱਦਾਂ ਸਾਈਕੋਲੋਜੀ ਵਿੱਚ ਅਸੀਂ ਕਹਿੰਦੇ ਹਾਂ, ਇਨ ਅ ਜੰਗਲ ਦੇਰ ਆਰ ਟੂ ਟਰੀਜ਼ ਐਂਡ ਦੇ ਗਰੋ ਟੂਗੈਦਰ ਬਟ ਦੇ ਨੈਵਰ ਬਿਕਮ ਵਨ। ਇਹ ਸਾਡੇ ਕਪਲਸ ਦਾ ਹਿਸਾਬ ਹੈ। ਵੀ ਗਰੋ ਟੂਗੈਦਰ ਬਟ ਵੀ ਵਾਕ ਇਨ ਪੈਰਲਲ। ਕਿਸੇ ਬਹੁਤ ਰਾਈਟਰ ਨੇ ਬਹੁਤ ਸੋਹਣੀ ਗੱਲ ਲਿਖੀ ਹੈ ਆਪਣੇ ਮਾਸਟਰ ਬਾਰੇ, ਕਹਿੰਦੇ ਮਾਸਟਰ do not lead me because I do not know how to follow, but do not let me lead. Do not come behind me. I don't know how to lead you. So therefore, walk next to me side by side so we can walk together. A couple ਦਾ ਹਿਸਾਬ ਹੋਣਾ ਚਾਹੀਦਾ, so we walk together amicably, understand ਕਰਕੇ। ਪਰ ਇਹ ਬੜੇ ਹੁਣ ਅਸੀਂ ਕਹਿੰਦੇ ਹਾਂ ਕਿ ਨਾ, ਮੈਂ ਤੁਹਾਨੂੰ ਪੁੱਛਦਾ ਸਵਾਲ ਕਿ ਜੇ ਇੱਦਾਂ ਦਾ ਗੁੱਸਾ ਆਉਂਦਾ ਉਹਨੂੰ ਕੰਟਰੋਲ ਕਿੱਦਾਂ ਕਰਨਾ ਹੈ, ਨਾਲ ਹੀ ਮੈਂ ਦੂਜਾ ਸਵਾਲ ਕਹਿ ਦੇਣਾ ਤੁਹਾਡੇ ਕੋਲ, ਮੈਂ ਜਵਾਬ ਪੁੱਛਾਂਗਾ ਕਿੱਦਾਂ ਕੰਟਰੋਲ ਕਰਨਾ, ਲੇਕਿਨ ਕਹਿਣਾ ਬੜਾ ਸਖੱਲਾ, ਕੰਟਰੋਲ ਕਰਨਾ ਬੜਾ ਮੁਸ਼ਕਿਲ ਹੈ। ਇਹ ਹਰ ਇੱਕ ਕੰਮ ਔਖਾ ਹੀ ਹੁੰਦਾ ਲਾਈਫ ਦੇ ਵਿੱਚ। ਤੁਸੀਂ ਕਹਿੰਦੇ ਗੱਡੀ ਚਲਾਉਣੀ ਸੌਖੀ ਹੈ, ਉਹ ਵੀ ਔਖੀ ਹੈ। ਇਨੀਸ਼ੀਅਲੀ ਤੁਸੀਂ ਇੱਕ ਸਿਸਟਮ ਹੈਗਾ ਜਿਹਨੂੰ ਹੌਲੀ ਹੌਲੀ ਪ੍ਰੈਕਟਿਸ ਕਰਕੇ ਤੁਸੀਂ ਪਰਫੈਕਸ਼ਨ ਕਰ ਸਕਦੇ ਹੋ। ਪਹਿਲਾਂ ਐਸ ਯੂ ਸੇ, ਪਹਿਲਾਂ ਤਾਂ ਤੁਹਾਨੂੰ ਟਾਈਮਿੰਗ ਗੈਪ ਕਰਨਾ ਪੈਂਦਾ, ਉਹ ਜਿਹੜਾ 3 ਸੈਕਿੰਡ 2 ਸੈਕਿੰਡ 7 ਸੈਕਿੰਡ 10 ਸੈਕਿੰਡ। ਵਨ ਯੂ ਪ੍ਰੈਕਟਿਸ ਇਟ, ਇਹ ਸਾਡੀ ਹੋ ਜਾਂਦੀ ਹੈ ਜਿਹਨੂੰ ਕਹਿੰਦੇ ਅਸੀਂ ਕਹਿੰਦੇ ਮੈਡੀਟੇਸ਼ਨ। ਜਦੋਂ ਅਸੀਂ ਮੈਡੀਟੇਸ਼ਨ ਦੇ ਵਿੱਚ ਆ ਜਾਂਦੇ ਹਾਂ, ਇਟ ਬਿਕਮਸ ਅ ਨੈਚੁਰਲ ਫਾਰਮ, ਆਟੋਮੈਟਿਕਲੀ ਕੰਟਰੋਲ ਹੋ ਜਾਂਦਾ। ਯੂ ਡੋਂਟ ਹੈਵ ਟੂ ਮੇਕ ਐਫਰਟਸ। ਮਾਈਂਡ ਜਿਹੜਾ ਹੈਗਾ, ਇਟ ਕੈਨ ਬੀ ਸੱਚ ਅ ਬਿਊਟੀਫੁਲ ਫਰੈਂਡ ਐਂਡ ਇਟ ਕੈਨ ਬੀ ਸੱਚ ਅ ਹੌਰੀਬਲ ਐਨੀਮੀ। ਪਰ ਜੇ ਅਸੀਂ ਇਹਨੂੰ ਚੰਗੀ ਤਰ੍ਹਾਂ ਟਰੀਟ ਕਰਾਂਗੇ, ਇਹਦੇ ਵਰਗਾ ਫਰੈਂਡ ਤੁਹਾਨੂੰ ਰੱਬ ਦੇ ਨਾਲ ਝੱਟ ਮਿਲਾ ਦੇਗਾ। ਹੁਣ ਜਿੱਦਾਂ ਇੱਥੇ ਸੂਫੀਆਂ ਨੇ ਬਹੁਤ ਸੋਹਣਾ ਮਿਸਾਲ ਦਿੱਤੀ ਹੈ। ਕਹਿੰਦੇ ਇਫ ਯੂ ਵਿਸ਼ ਟੂ ਫਾਈਂਡ ਗੋਡਸ ਪਲੇਜ਼ਰ ਐਂਡ ਸਪੋਰਟ ਇਨ ਫਾਈਂਡਿੰਗ ਦ ਟਰੂਥ, ਅਵੋਇਡ ਬੀਇੰਗ ਨੈਗੇਟਿਵ ਐਂਡ ਕੰਟਰੋਲ ਯੂਰ ਟੈਂਪਰ ਐਂਡ ਐਂਗਰ। If you cannot stop feeling anger, at least do not show it. If you undertake this, you will disappoint the devil and please God. समझ गए? That is the beginning of the education of your ego. Anger is a result and sign of an ego out of control. Anger is a kind of ego. Ego. Out of control. I don't know. It is ego. Ego the qualities both ਹੈਗੀਆਂ. It can be good ego, it can be negative ego as well. उन्होंने क्या ego out of control, left loose like a wild animal and untied and uncaged. If you left wild. ਭਾਜੀ ਕਈ ਦਫਾ ਤੁਸੀਂ ਗੱਲ ਕਰਦੇ ਹੋ ਦੋ ਬੰਦੇ and somebody talks very unpleasant, ਉਹਦੇ ਨਾਲ ਦੂਜਾ ਬੰਦਾ ਅਫੈਂਸਿਵ ਫੀਲ ਕਰਦਾ, ਗੁੱਸਾ ਆ ਜਾਂਦਾ, ਤੇ ਉਹਦੇ 'ਚ ਈਗੋ ਕਿੱਦਾਂ ਆ ਸਕਦੀ ਹੈ ਫਿਰ? See, there is nothing offensive in that. No. ਇੱਕ ਇੰਡੀਵਿਜੂਅਲ ਬੰਦੇ ਨੂੰ, ਮੇਬੀ ਨਾਟ ਫॉर ਯੂ, somebody thought ਜਦੋਂ ਕਨਵਰਸੇਸ਼ਨ ਹੋ ਰਹੀ, ਉਹਨੂੰ ਲੱਗਿਆ ਕਿ ਇਹਦੀ ਜਿਹੜੀ ਕਨਵਰਸੇਸ਼ਨ ਨਾ ਮੈਨੂੰ ਠੀਕ ਨਹੀਂ ਲੱਗੀ, ਮੈਨੂੰ ਹਿੰਟ ਜੋ ਉਹਨੂੰ ਸੋਚਿਆ ਉਹਨੇ, ਤੇ ਉਹਦਾ ਮਾਈਂਡ ਕਹਿੰਦਾ ਕਿ ਉਹਦੇ 'ਚ ਈਗੋ ਤਾਂ ਨਹੀਂ ਆਈ, ਬਿਕੋਜ਼ ਅਦਰ ਉਹਨੇ ਮਿਸਅੰਡਰਸਟੈਂਡ ਕੀਤਾ ਜਾਂ ਉਹਨੇ ਅੰਡਰਸਟੈਂਡ ਕੀਤਾ, ਲੇਕਿਨ ਉਹਨੂੰ ਫੀਲ ਹੋਇਆ ਕਿ ਜਿਹੜੀ ਗੱਲ ਹੋ ਰਹੀ ਸਹੀ ਨਹੀਂ ਹੋ ਰਹੀ। ਪਤਾ ਕਿ ਉਹਦੇ 'ਚ ਕੀ ਹੁੰਦਾ, ਉਹਨੂੰ ਇਹ ਡਰ ਹੁੰਦਾ ਕਿ ਮੇਰੀ ਨਾ ਸੱਚਾਈ ਪਕੜੀ ਗਈ ਹੈ ਗੱਲਾਂ ਦੇ ਵਿੱਚ। ਦੈਨ ਹੀ ਗੈਟਸ ਐਂਗਰੀ ਕਿ ਇਹਨੂੰ ਤਾਂ ਮੈਂ ਦੱਸਿਆ ਨਹੀਂ ਸੀ, ਇਹਨੂੰ ਕਿੱਦਾਂ ਪਤਾ ਲੱਗ ਗਿਆ। That's one of the reason. But there are many other conversation ਹੋ ਸਕਦੀ ਨਾ ਜਿਹਦੇ ਨਾਲ ਥੋੜੀ ਸੱਚਾਈ ਨਹੀਂ ਹੈ, ਕੁਝ ਨਹੀਂ ਹੈਗਾ, ਜਨਰਲ ਕਨਵਰਸੇਸ਼ਨ ਹੋ ਰਹੀ ਕਿਸੇ ਚੀਜ਼ ਦੀ, ਤੇ ਉਹ ਬੰਦਾ ਨਾ ਇੱਕ ਤਰ੍ਹਾਂ ਉਹਦਾ ਗੱਲ ਕਰਨ ਦਾ ਤਰੀਕਾ ਕਿ ਤੁਸੀਂ ਪ੍ਰਵੋਕ ਹੋ ਜਾਂਦੇ ਹੋ, ਐਂਗਰ ਕਮਸ ਇਨਟੂ ਯੂ। ਸੀ ਪਹਿਲਾਂ ਕਹਿੰਦੇ ਲਿਖਿਆ ਵੈਨ ਯੂ ਹੋਲਡ ਯੂਰ ਟੈਂਪਰ, ਪਹਿਲਾਂ ਹੋਲਡ ਕਰਨਾ, ਇਟ ਇਜ਼ ਐਜ਼ ਇਫ ਯੂ ਪੁੱਟ ਅ ਬ੍ਰਾਈਡਲ on its head and barrier around it. Then you can begin to tame it so it obeys and behaves so that it cannot hurt others than itself, because ego still is part of you. Ego ਨੂੰ ਮਾਰਨਾ ਬਹੁਤ ਮੁਸ਼ਕਿਲ ਹੈ, ਜਿਹਨੂੰ ਕਹਿੰਦੇ ਹੰਕਾਰ। ਹੁਣ ਅਸੀਂ ਗੱਲ ਕਰਦੇ ਹਾਂ
ਹੁਣ ਅਸੀਂ ਕੀਤਾ ਸੀ ਕਾਮ ਕ੍ਰੋਧ ਮੋਹ ਹੰਕਾਰ ਇੰਗਲਿਸ਼ ਦੇ ਪ੍ਰਾਈਡ ਐਂਗਰ ਗਰੀਡ ਈਗੋ ਐਂਡ ਲਸਟ ਜੇ ਅਸੀਂ ਇੰਗਲਿਸ਼ ਦੇ ਵਰਡ ਦਾ ਇੱਕ ਬਿਗਿਨਿੰਗ ਵਰਡ ਲੈ ਲਈਏ ਨਾ ਪ੍ਰਾਈਡ ਦਾ ਪੀ ਲੈ ਲਈਏ ਏ ਦਾ ਐਂਗਰ ਲੈ ਲਓ ਜੀ ਦਾ ਜੀ ਲੈ ਲਓ ਈ ਦਾ ਈ ਲੈ ਲਓ ਅਤੇ ਲਸਟ ਦਾ ਐਲ ਲੈ ਲਓ ਤਿੰਨਾਂ ਨੂੰ ਕੰਬਾਈਨ ਕਰੋ ਤਾਂ ਕੀ ਬਣਦਾ ਲਫ਼ਜ਼ ਪਾਗਲ ਕਿਉਂਕਿ ਇਹ ਜਿਹੜੇ ਆਊਟ ਆਫ ਕੰਟਰੋਲ ਹੈ ਸਾਨੂੰ ਪਾਗਲ ਬਣਾ ਦਿੰਦੇ ਅਸੀਂ ਫਿਰ ਪਾਗਲ ਕਹਿੰਦੇ ਹਾਂ ਅਤੇ ਜੇ ਪੰਜਾਬੀ ਦੇ ਵਿੱਚ ਵੀ ਅਸੀਂ ਉਹਨੂੰ ਆਪਾਂ ਥੋੜ੍ਹੀ ਮਾਫੀ ਚਾਹਾਂਗਾ ਤੁਹਾਡੇ ਨਾਲ ਇੰਟਰਪਟ ਕਰਦਾ ਆਪਾਂ ਥੋੜ੍ਹੀ ਬ੍ਰੇਕ ਲੈ ਲੈਂਦੇ ਤਾਂ ਬ੍ਰੇਕ ਤੋਂ ਬਾਅਦ ਫਿਰ ਆਪਾਂ ਗੱਲ ਜਾਰੀ ਰੱਖਾਂਗੇ ਪਲੀਜ਼ ਵਾਚ ਕਰਦੇ ਰਹੋ ਕੋਸ਼ਿਸ਼ ਕਰਦੇ ਹਾਂ ਅਸੀਂ ਜੋ ਗੁੱਸਾ ਹੁੰਦਾ ਐਂਗਰ ਹੁੰਦਾ ਕਿਉਂ ਹੁੰਦਾ ਕਾਹਤੇ ਹੁੰਦਾ ਇਜ਼ ਦੈਟ ਅ ਡਿਜ਼ੀਜ਼ ਔਰ ਇਜ਼ ਦਿਸ ਅ ਮੈਂਟਲ ਸਟੇਟ ਹੁੰਦੀ ਹੈ ਉਹ ਐਟੀਟਿਊਡ ਹੁੰਦਾ ਈਗੋ ਹੁੰਦਾ ਹੰਕਾਰ ਕੀ ਹੁੰਦਾ ਉਹਦੇ ਬਾਰੇ ਗੱਲ ਕਰਦੇ ਹਾਂ ਪਲੀਜ਼ ਸਟੇ ਟਿਊਨਡ ਇਨ ਅਸੀਂ ਥੋੜ੍ਹੇ ਬਹੁਤੀ ਹੋਰ ਪੰਜ ਕੋਲ ਗੱਲਾਂ ਕਰਾਂਗੇ ਤਾਂ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸ ਆਉਂਦੇ ਹਾਂ ਜੀ ਸਤਿ ਸ਼੍ਰੀ ਅਕਾਲ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ ਸਤਿ ਸ਼੍ਰੀ ਅਕਾਲ ਵੈਲਕਮ ਬੈਕ ਇਨ ਦਾ ਸੈਕੰਡ ਪਾਰਟ ਅਸੀਂ ਸਰਦਾਰ ਮਨਮੋਹਨ ਸਿੰਘ ਮਾਂਡਰਾ ਦੇ ਨਾਲ ਗੱਲ ਕਰਦੇ ਹਾਂ ਗੁੱਸੇ ਬਾਰੇ ਐਂਗਰ ਬਾਰੇ ਯੂ ਨੋ ਸਾਡੇ ਪਾਸ ਟਾਈਮ ਨਹੀਂ ਹੈ ਕਿਉਂਕਿ ਲਾਈਫ ਇਜ਼ ਸੱਚ ਇਨ ਵੈਸਟਰਨ ਕੰਟਰੀਜ਼ ਦੌੜ ਭੱਜ ਹੁੰਦੀ ਹੈ ਇੰਗਲਿਸ਼ ਕਹਿੰਦੇ ਰੈਟ ਰੇਸ ਕਈ ਦਫਾ ਇੰਨਾ ਪ੍ਰੈਸ਼ਰ ਹੁੰਦਾ ਕੰਮ ਦਾ ਫੈਮਿਲੀ ਦਾ ਬੱਚਿਆਂ ਦਾ ਬਿਜ਼ਨਸ ਦਾ ਨੌਕਰੀ ਦਾ ਅਤੇ ਜਿਹੜਾ ਗੁੱਸਾ ਨਾ ਕਹਿੰਦੇ ਤੇਰੇ ਨੱਕ 'ਤੇ ਪਿਆ ਰਹਿੰਦਾ ਮੇਰੀ ਮਦਰ ਹਮੇਸ਼ਾ ਮੈਨੂੰ ਕਹਿੰਦੀ ਹੁੰਦੀ ਸੀਗੀ ਕਿ ਹਮੇਸ਼ਾ ਤੇਰਾ ਗੁੱਸਾ ਨੱਕ 'ਤੇ ਹੁੰਦਾ ਹੈ ਇਹਦਾ ਪਤਾ ਨਹੀਂ ਕੀ ਮਤਲਬ ਹੈ ਆਈ ਥਿੰਕ ਵਾਟ ਇਟ ਮੀਨਸ ਜਿਸ ਕਿ ਤੁਸੀਂ ਬੜੇ ਸੈਂਸਿਟਿਵ ਹੈਗੇ ਹੋ ਥੋੜ੍ਹੀ ਜਿਹੀ ਗੱਲ ਹੁੰਦੀ ਹੈ ਤੁਹਾਨੂੰ ਗੁੱਸਾ ਚੜ੍ਹ ਜਾਂਦਾ ਹੈ ਅਤੇ ਪਲੀਜ਼ ਇਹ ਪ੍ਰੋਗਰਾਮ ਦੇਖੋ ਬਹੁਤ ਥੋੜ੍ਹਾ ਜਿਹਾ ਕੋਸ਼ਿਸ਼ ਕਰਦੇ ਹਾਂ ਕਿ ਗੁੱਸਾ ਕਿਉਂ ਆਉਂਦਾ ਕਾਹਤੇ ਆਉਂਦਾ ਇਹਦੇ ਕੀ ਫਾਇਦੇ ਨੇ ਕੀ ਨੁਕਸਾਨ ਨੇ ਇਹਦਾ ਇਲਾਜ ਕੀ ਹੈਗਾ ਭਾਜੀ ਮਨਮੋਹਨ ਸਿੰਘ ਜੀ ਹੁਣ ਇਹਦੇ ਵਿੱਚ ਜੇ ਬੰਦਿਆਂ ਨੂੰ ਜਿੱਦਾਂ ਮੈਂ ਦੱਸਿਆ ਤੇਰੇ ਕਹਿੰਦੇ ਨਾ ਪੰਜਾਬੀ 'ਚ ਮਾਵਾ ਕਹਿੰਦੇ ਤੇਰੇ ਨੱਕ 'ਤੇ ਗੁੱਸਾ ਹੈਗਾ ਇਹਦੇ 'ਤੇ ਆਈ ਕੈਨ ਪੁਆਇੰਟ ਦੈਟ ਆਊਟ ਵੈਰੀ ਈਜ਼ੀਲੀ ਹੁਣ ਸਾਡੀ ਬੋਡੀ ਸਿੱਧੀ ਹੈ ਸਰ ਨਾਲ ਪ੍ਰੋਟਰੂਡਿੰਗ ਪੁਆਇੰਟ ਸਾਡੀ ਬੋਡੀ ਦਾ ਕੀ ਹੈ ਨੱਕ ਅਤੇ ਸਰ ਨਾਲ ਅੱਗੇ ਹੁੰਦਾ ਕਿਉਂ ਕਹਿੰਦੇ ਇਹਦਾ ਗੁੱਸਾ ਇੱਕਦਮ ਨੱਕ 'ਤੇ ਐਜ 'ਤੇ ਇੱਕਦਮ ਸਰ ਨਾਲ ਪਹਿਲਾਂ ਇਹੀ ਗੁੱਸਾ ਆਉਂਦਾ ਅੱਛਾ ਹੁਣ ਦੱਸੋ ਜਦੋਂ ਇੱਦਾਂ ਦੀ ਚੀਜ਼ਾਂ ਹੁੰਦੀਆਂ ਗੁੱਸੇ ਦਾ ਦਿਸ ਇਜ਼ ਸਮਥਿੰਗ ਵੈਰੀ ਡਿਫੀਕਲਟ ਟੂ ਅੰਡਰਸਟੈਂਡ ਮੈਂ ਥੋੜ੍ਹੀ ਨਾ ਹੁਣ ਮੈਡੀਕਲ ਦੀ ਵੀ ਗੱਲ ਕਰਾਂਗੇ ਭਾਜੀ ਬੰਦਾ ਨਾ ਗੁੱਸਾ ਅਤੇ ਖੁਸ਼ੀ ਇਕੱਠੇ ਨਹੀਂ ਹੋ ਸਕਦੇ ਕਦੇ ਵੀ ਦੇ ਡੋਂਟ ਵਰਕ ਟੂਗੈਦਰ ਬੋਡੀ ਦੇ ਵਿੱਚ ਜਾਂ ਤੁਹਾਨੂੰ ਗੁੱਸਾ ਆਏਗਾ ਜਾਂ ਤੁਸੀਂ ਖੁਸ਼ ਰਹੋਗੇ ਜਦੋਂ ਤੁਸੀਂ ਰੋਂਦੇ ਹੋ ਤੁਸੀਂ ਹੱਸਦੇ ਸੇਮ ਟਾਈਮ ਵੀ ਕਰ ਸਕਦੇ ਹੋ ਕਿਉਂਕਿ ਜਿਹੜੇ ਇੱਕ ਹੰਝੂ ਹੁੰਦੇ ਨੇ ਨਾ ਉਹ ਖੁਸ਼ੀ ਦੇ ਵੀ ਹੁੰਦੇ ਨੇ ਅਤੇ ਦੁਖੀ ਦੇ ਵੀ ਹੁੰਦੇ ਨੇ ਸੋ ਦੇ ਕੈਨ ਗੋ ਸਾਈਡ ਬਾਈ ਸਾਈਡ ਲੇਕਿਨ ਗੁੱਸਾ ਅਤੇ ਖੁਸ਼ੀ ਨਾਲ ਨਹੀਂ ਜਾਂਦੀ ਦੇ ਇੱਕ ਦੂਜੇ ਦੇ ਦੁਸ਼ਮਣ ਨੇ ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਇੱਕ ਦੂਜੇ ਦੁਸ਼ਮਣ ਹੈ ਪਰ ਰਹਿੰਦੇ ਨਾਲ ਰਹਿੰਦੇ ਨਾਲ ਇਹ ਜਿੱਦਾਂ ਹਸਬੈਂਡ ਐਂਡ ਵਾਈਫ ਹੈ ਕਦੀ ਲੜ ਪੈਂਦੇ ਕਦੀ ਨਹੀਂ ਲੜਦੇ ਅਤੇ ਇਹ ਹਿਸਾਬ ਹੈ ਪਹਿਲਾਂ ਕਿ ਅਸੀਂ ਲੋਕ ਨਾ ਗੱਲ ਜਦੋਂ ਕਰਦੇ ਹਾਂ ਕਿਸੇ ਦੇ ਨਾਲ ਅਸੀਂ ਉਹਦੀ ਗੱਲ ਅੱਧੀ ਸੁਣਦੇ ਹਾਂ ਅਤੇ ਅੱਧ ਵਿੱਚ ਕੱਟ ਕੇ ਨਾ ਉਹਦਾ ਜਵਾਬ ਦੇ ਦਿੰਦੇ ਹਜੇ ਪੂਰੀ ਹੋਈ ਨਹੀਂ ਹੁੰਦੀ ਅਤੇ ਉਹ ਗੱਲ ਦਾ ਨਾ ਸਾਰਾ ਰੁੱਖ ਹੀ ਬਦਲ ਜਾਂਦਾ ਵਾਈ ਡੂ ਵੀ ਡੂ ਦੈਟ ਬਿਕੋਜ਼ ਸਾਡੀ ਈਗੋ ਜ਼ਿਆਦਾ ਇੰਪੋਰਟੈਂਟ ਹੁੰਦੀ ਪਰ ਜੇ ਤੁਸੀਂ ਇੱਕ ਲਫ਼ਜ਼ ਈਗੋ ਯੂਜ਼ ਕਰਦੇ ਮੈਂ ਤੁਹਾਨੂੰ ਗੱਲ ਕਰਦਾ ਪਿਆ ਹੁਣ ਆਮ ਸੌਰੀ ਮੈਂ ਡਿਸਐਗਰੀ ਨਹੀਂ ਮੈਂ ਤੇਰਾ ਟੌਪਿਕ ਲੈ ਕੇ ਆ ਰਿਹਾ ਕਈ ਦਫਾ ਬੰਦਾ ਜਦੋਂ ਗੱਲ ਕਰਦਾ ਨਾ ਇਹਦਾ ਮਤਲਬ ਕਿ ਤੁਸੀਂ ਆਪਣੀ ਸਪੀਚ ਨਾਲ ਉਹਨੂੰ ਕਨੈਕਟ ਨਹੀਂ ਕਰ ਪਾਏ ਅਤੇ ਉਹ ਬੋਰ ਹੋ ਰਿਹਾ ਅਤੇ ਉਹ ਡਿਸਕਨੈਕਟ ਹੋ ਰਿਹਾ ਤਾਂ ਉਹਦੇ 'ਚ ਈਗੋ ਨਹੀਂ ਆਉਂਦੀ ਨਾ ਨਹੀਂ ਹੁਣ ਈਗੋ ਪੰਜਾਬੀ 'ਚ ਹੰਕਾਰ ਅਸੀਂ ਕਹਿੰਦੇ ਹਾਂ ਹੰਕਾਰ ਜਿਹੜਾ ਹੈਗਾ ਬਿਨਾਂ ਬੁਲਾਏ ਆ ਜਾਂਦਾ ਕਿਉਂਕਿ ਜੇ ਸਾਡੀ ਗੱਲ ਦੇ ਵਿੱਚ ਅਸੀਂ ਗੱਲ ਕਰਦੇ ਨਹੀਂ ਉਹ ਸਹੀ ਹੈ ਉਹ ਮੈਂ ਐਗਰੀ ਕਰਦਾ ਜਦੋਂ ਹੰਕਾਰ ਈਗੋ ਹੁੰਦਾ ਬੰਦੇ ਨੂੰ ਪਤਾ ਨਹੀਂ ਹੁੰਦਾ ਕਿ ਉਹਦੇ 'ਚ ਈਗੋ ਆ ਗਿਆ ਉਹ ਆਪੇ ਆ ਜਾਂਦਾ ਬੰਦੇ ਨੂੰ ਬਾਕੀ ਜਿਹੜੇ ਯਾਰ ਦੋਸਤ ਉਹ ਨਹੀਂ ਦੱਸਦੇ ਕਿਉਂਕਿ ਪੋਲਾਈਟ ਹੁੰਦੇ ਨੇ ਕਿ ਮੈਂ ਕਹਾਂਗਾ ਤਾਂ ਗੁੱਸਾ ਕਰੇਗਾ ਨਹੀਂ ਉੱਥੇ ਤਾਂ ਫਿਰ ਇਹੀ ਹੈ ਡਿਪਲੋਮੈਟਿਕ ਹੋਣਾ ਅਤੇ ਇਹ ਮਾਰੇਗੀ ਵਨ ਹੈਜ਼ ਟੂ ਬੀ ਮੋਰ ਰੀਅਲਿਸਟਿਕ ਲੌਜੀਕਲ ਐਂਡ ਪ੍ਰੈਕਟੀਕਲ ਤਾਂ ਹੀ ਲਾਈਫ ਕੰਫਰਟੇਬਲ ਹੋਏਗੀ ਅੱਛਾ ਹੁਣ ਇਹਦਾ ਪਹਿਲੀ ਗੱਲ ਤਾਂ ਯੂ ਨੋ ਮੈਂ ਜਿਹਦਾ ਕਹਿ ਕੇ ਇੱਥੇ ਬੜਾ ਆਸਾਨ ਕਹਿਣਾ ਕਰਨਾ ਬੜਾ ਮੁਸ਼ਕਿਲ ਹੁੰਦਾ ਤੁਸੀਂ ਕਹਿੰਦੇ ਹੋ ਕਿ ਇਹ ਬਿਮਾਰੀ ਨਹੀਂ ਹੈਗੀ ਹਰ ਬੰਦਿਆਂ 'ਚ ਹੈ ਹਰ 'ਚ ਨਹੀਂ ਹੈ ਕਿਸੇ ਨਹੀਂ ਹੈ ਯੂ ਥਿੰਕ ਕਿ ਕਿਸੇ ਨੂੰ ਲੋੜ ਹੈ ਕਿ ਮੈਡੀਕਲ ਹੈਲਪ ਲਵੇ ਇਹਦੇ ਵਿੱਚ ਅਸੀਂ ਸਾਰੇ ਨਾ ਹਰ ਇੱਕ ਨਾ
ਸਭ ਤੋਂ ਪਹਿਲਾਂ ਸਾਨੂੰ ਹੈਡੇਕ ਹੁੰਦੀ ਡਾਕਟਰ ਕੋਲ ਦੌੜੇ ਜਾਂਦੇ ਹਾਂ। ਸਾਨੂੰ ਇਹ ਨਹੀਂ ਪਤਾ ਕਿ ਹੈਡੇਕ ਕਿਉਂ ਹੋਈ। ਅਤੇ ਜੇ ਕੋਈ ਉੱਦਾਂ ਹੀ ਕਿਸੇ ਨੂੰ ਛਿੱਕ ਆ ਗਈ ਜਾਂ ਅਸੀਂ ਫਟ ਦੌੜੇ ਜਾਂਦੇ ਹਾਂ। ਅਸੀਂ ਸਮਝਦੇ ਬੰਦੇ ਨੂੰ ਫੋਰਗੈਟਫੁਲ ਹੋ ਜਾਂਦਾ। ਓਲਡ ਏਜ 'ਤੇ ਆ ਕੇ ਬੰਦੇ ਫੋਰਗੈਟਫੁਲ ਹੋ ਜਾਂਦੇ ਆ ਅਤੇ ਦਿਸ ਇਜ਼ ਅ ਨੈਚੁਰਲ ਗਰੋਇੰਗ ਅਪ ਪ੍ਰੋਸੈਸ। ਅਤੇ ਉਹ ਜਾ ਕੇ ਡਾਕਟਰ ਨੂੰ ਕਹੇ ਜੀ ਆਮ ਗੈਟਿੰਗ ਵੈਰੀ ਫੋਰਗੈਟਫੁਲ, ਗਿਵ ਮੀ ਸਮ ਮੈਡੀਸਿਨਸ ਟੂ ਇੰਪਰੂਵ ਮਾਈ ਮੈਮਰੀ ਵਧਾਉਣ ਵਾਸਤੇ। ਡਾਕਟਰਾਂ ਕੋਲ ਕੋਈ ਮੈਮਰੀ ਨਹੀਂ ਹੈ, ਉਹ ਕੋਈ ਮੈਡੀਸਿਨ ਨਹੀਂ ਹੈ। ਉਹ ਕੀ ਕਰਦੇ ਆ, ਰਿਫਰ ਟੂ ਅਨਦਰ ਸਾਈਕੋਲੋਜਿਸਟ। ਜਿਹੜੇ ਸਾਈਕੋਲੋਜਿਸਟ ਹੈਗੇ ਆ, ਦੇ ਡੋਂਟ ਗਿਵ ਮੈਡੀਕੇਸ਼ਨ। ਉਹ ਨੋਨ ਫਿਜ਼ੀਕਲ 'ਤੇ ਆ ਜਾਂਦੇ ਆ। ਉਹ ਨੋਨ ਫਿਜ਼ੀਕਲੀ ਉਹਦੀ ਮੈਂਟਲ ਸਟੇਟ ਨੂੰ ਸਟੱਡੀ ਕਰਦੇ ਆ। ਸਟੱਡੀ ਕਰਕੇ ਦੇਖਦੇ ਆ ਕਿ ਇਹਦੀ ਪ੍ਰੋਬਲਮ ਕਿਹੜੀ ਜਗ੍ਹਾ 'ਤੇ ਇਹਨੇ ਕੀ ਕੀਤਾ ਸੀਗਾ ਅਤੇ ਇਹਦੇ ਕਰਕੇ ਇਹਨੂੰ ਹੈਡੇਕ ਹੋਈ ਹੈ, ਇਹਦੇ ਕਰਕੇ ਇਹ ਹੁੰਦਾ। ਅਤੇ ਦੇ ਵਿਲ ਰਿਫਰ ਹਿਮ ਬੈਕ ਟੂ ਦੈਟ ਪੁਆਇੰਟ ਐਂਡ ਆਸਕ ਹਿਮ ਟੂ ਅਨਡੂ ਇਟ। ਜਦੋਂ ਉਹ ਅਨਡੂ ਕਰ ਲੈਂਦੇ ਉਹਦੀ ਹੈਡੇਕ ਆਪੇ ਚਲੇ ਜਾਂਦੀ। ਇੱਕ ਛੋਟੀ ਜਿਹੀ ਮਿਸਾਲ ਮੈਂ ਤੁਹਾਨੂੰ ਦਿੰਦਾ। ਮੇਰਾ ਇੱਕ ਫਰੈਂਡ ਸੀਗਾ, ਉਹਨੂੰ ਮੈਂ ਕਿਹਾ ਮੇਰੇ ਨਾਲ ਮੈਂ ਘਰ ਥੋੜ੍ਹਾ ਕੰਮ ਕਰਨਾ, ਲੱਕੜ ਲਗਾਉਣੀ ਹੈ ਅਤੇ ਮੈਨੂੰ ਹੈਲਪ ਕਰਨ ਆਈ। ਅਤੇ ਉਹ ਕਹਿੰਦਾ ਓਕੇ, ਕਹਿੰਦਾ ਮੈਂ ਆਵਾਂਗਾ। 3 ਦਿਨ ਹੋ ਗਏ ਆਇਆ ਨਹੀਂ। 3 ਦਿਨਾਂ ਬਾਅਦ ਟੈਲੀਫੋਨ ਕਰਦਾ, ਕਹਿੰਦਾ ਮਨਮੋਹਨ ਸਿੰਘ ਯਾਰ, ਕਹਿੰਦਾ ਸੌਰੀ ਮੈਂ ਆ ਨਹੀਂ ਸਕਿਆ, ਮੈਨੂੰ ਨਾ ਡਿਮੈਂਸ਼ੀਆ ਹੋ ਗਿਆ। ਹੁਣ ਦੇਖੋ, ਮੈਂ ਕਿਹਾ ਯਾਰ ਤੈਨੂੰ ਡਿਮੈਂਸ਼ੀਆ ਹੋ ਗਿਆ, ਉਹ ਤੂੰ ਕਿੱਦਾਂ ਫਾਈਂਡ ਆਊਟ ਕੀਤਾ? ਕਹਿੰਦਾ ਸਾਰੇ ਕਹਿੰਦੇ ਜਦੋਂ ਬੰਦਾ ਭੁੱਲਣ ਲੱਗ ਪੈਂਦਾ ਨਾ, ਫੋਰਗੈਟਫੁਲਨੈਸ, ਅਤੇ ਉਹਨੂੰ ਡਿਮੈਂਸ਼ੀਆ ਸ਼ੁਰੂ ਹੋ ਜਾਂਦੀ ਹੈ। ਮੈਨੂੰ ਡਿਮੈਂਸ਼ੀਆ ਹੋ ਗਿਆ। ਮੈਂ ਕਿਹਾ ਯਾਰ ਕਮਾਲ ਦਾ ਬੰਦਾ ਤੂੰ। ਹੁਣ ਆਈ ਨਿਊ ਵਾਟ ਹੈਪਨਡ। ਮੈਂ ਕਿਹਾ ਹੁਣ ਤੂੰ 3 ਦਿਨਾਂ ਬਾਅਦ ਮੈਨੂੰ ਯਾਦ ਕੀਤਾ ਕਿ ਤੈਨੂੰ ਪਤਾ ਸੀ ਇਹ ਕੰਮ ਕਰਨਾ, ਮਤਲਬ ਕਿ ਤੂੰ ਭੁੱਲਿਆ ਤਾਂ ਨਹੀਂ ਨਾ। ਯੂ ਹੈਵਨ ਫੋਰਗੋਟਨ। ਤੂੰ ਨਹੀਂ ਭੁੱਲਿਆ ਤਾਂ ਤੈਨੂੰ ਡਿਮੈਂਸ਼ੀਆ ਕਿੱਥੋਂ ਹੋਣੀ ਹੈ? ਫੋਰਗੈਟ ਇਟ, ਤੈਨੂੰ ਡਿਮੈਂਸ਼ੀਆ ਨਹੀਂ ਹੈਗੀ, ਯੂ ਆਰ ਪਰਫੈਕਟਲੀ ਆਲਰਾਈਟ। ਕਹਿੰਦਾ ਲੈ, ਕਹਿੰਦਾ ਮੈਂ ਤਾਂ ਸੋਚਿਆ ਹੀ ਨਹੀਂ ਸੀ। ਐਂਡ ਉਹ ਅੱਜ ਤਾਈਂ ਬੰਦਾ ਤਾਂ ਚੰਗਾ ਭਲਾ ਤੁਰਿਆ ਫਿਰਦਾ। ਇਹੀ ਗੱਲ ਜਿਹੜੀ ਹੈਗੀ ਹੈ ਅਸੀਂ ਕਰ ਰਹੇ, ਜਿਹੜੇ ਐਂਗਰ ਦੀ ਹੈ, ਡਾਕਟਰਸ ਡੂ ਦ ਸੇਮ ਥਿੰਗ। ਦੇ ਫਾਈਂਡ ਆਊਟ ਵਾਟ ਵਾਜ਼ ਦ ਕਾਜ਼ ਆਫ ਐਂਗਰ। ਨਹੀਂ, ਪਰ ਹੁਣ ਜਿਹੜੇ ਡਾਕਟਰ ਹੈਗਾ, ਜੇ ਤੁਸੀਂ ਡਾਕਟਰ ਨੂੰ ਮਿਲੋਗੇ, ਜਾ ਕੇ ਮੈਡੀਕਲ ਹੈਲਪ ਸੀਕ ਕਰੋਗੇ, ਉਹਨੇ ਤੁਹਾਨੂੰ ਕੋਈ ਦਵਾਈ ਤਾਂ ਪਾ ਦੇਗਾ, ਮੇਬੀ ਟ੍ਰੈਂਕੁਲਾਈਜ਼ਰ ਦੇਗਾ, ਕੁਛ ਦੇ ਦੇ, ਵਿਚ ਨੈਵਰ ਰਿਕਮੈਂਡੇਬਲ ਨਹੀਂ ਹੁੰਦੇ ਕਿ ਤੁਸੀਂ ਉਹਨਾਂ ਦੇ ਉੱਪਰ ਜਾਵੋ। ਬੜੇ ਲੋਕ ਖਾਂਦੇ ਵੀ ਹੈਗੇ ਨੇ। ਹੁਣ ਇੱਕ ਹੋਰ ਹੈਗਾ, ਤੁਸੀਂ ਐਂਗਰ ਮੈਨੇਜਮੈਂਟ ਕੋਰਸ ਹੈਗਾ, ਉੱਥੇ ਕੀ ਹੁੰਦਾ? ਦੈਟ ਇਜ਼ ਅ ਵੈਰੀ ਗੁੱਡ ਵਨ। ਇਹ ਇੱਕ ਵਾਰੀ ਮੈਂ ਇੱਥੇ ਇਹੀ ਲੈਕਚਰ ਦੇ ਰਿਹਾ ਸੀਗਾ ਐਂਗਰ 'ਤੇ। ਉਹਨੇ ਮੈਨੂੰ ਕਿਹਾ ਕਿ ਦੇਰ ਇਜ਼ ਐਨ ਐਂਗਰ ਮੈਨੇਜਮੈਂਟ ਕੋਰਸ। ਮੈਂ ਕਿਹਾ ਭਾਈ ਸਾਹਿਬ, ਆਈ ਰੀਅਲੀ ਲਾਈਕ ਇਟ ਵੈਨ ਯੂ ਯੂਜ਼ ਦ ਵਰਡ ਮੈਨੇਜਮੈਂਟ। You do not manage anger. You don't? No, you get rid of it. But why do they call it anger management? English terminology ਹੈ। ਅੰਗਰੇਜ਼ਾਂ ਨੇ ਬਣਾਈ ਇਹ ਟਰਮਨੋਲੋਜੀ। ਹਾਂ। ਹੁਣ ਜਿੱਦਾਂ ਅਸੀਂ ਪੰਜਾਬੀ 'ਚ ਕਹਿੰਦੇ, ਅਸੀਂ ਪੰਜਾਬੀ ਕਹਿੰਦੇ ਕਰਮ, ਉਹ ਕਹਿੰਦੇ ਕਰਮਾ। ਹੁਣ ਇਹਨਾਂ ਨੇ ਕਹਿ ਦਿੱਤਾ ਮੈਨੇਜਮੈਂਟ। ਦੇयर इज नथिंग टू मैनेज। ਹੁਣ ਤੁਸੀਂ ਮੈਨੇਜ ਕਰਦੇ, ਕੰਮ ਕਰਦੇ, ਤੁਹਾਨੂੰ ਸਾਰਾ ਕੁਛ ਕਰਦੇ, ਦੈਟ ਇਜ਼ ਮੈਨੇਜਿੰਗ ਐਂਡ ਪੁਟਿੰਗ ਥਿੰਗਸ ਇਨ ਆਰਡਰ। ਜਦ ਸਾਨੂੰ ਪਤਾ ਹੀ ਨਹੀਂ ਹੈ ਸਾਡਾ ਕਾਜ਼ ਆਫ ਐਂਗਰ ਕੀ ਹੈ, ਹਾਊ ਕੈਨ ਯੂ ਮੈਨੇਜ? ਪਰ ਜਿਹੜਾ ਐਂਗਰ ਮੈਨੇਜਮੈਂਟ ਕੋਰਸ ਹੁੰਦੇ ਨੇ, ਨੋਟ ਦੈਟ ਆਈ ਬੀਨ ਟੂ ਵਨ, ਮੈਂ ਕੋਈ ਕਿਸੇ ਨੂੰ ਮਿਲਿਆ ਵੀ ਨਹੀਂ, ਕੋਈ ਗਿਆ ਹੋਵੇ, ਕਿਉਂਕਿ ਕਈ ਦਫਾ ਲੋਕ ਜਾਂਦੇ ਮੇ ਵੀ ਦੱਸਦੇ ਵੀ ਨਹੀਂ ਹੈਗੇ। ਮੇਰੇ ਹਿਸਾਬ ਨਾਲ ਮੈਨੂੰ ਲੱਗਦਾ, ਕੈਲਕੂਲੇਟਡ ਗੈਸ ਹੈਗਾ ਮੇਰਾ, ਕਿ ਇਟ ਵਿਲ ਵਰਕ। ਬਿਕੋਜ਼ ਜਦੋਂ ਤੁਹਾਨੂੰ ਐਂਗਰ ਮੈਨੇਜਮੈਂਟ ਦਾ ਕੋਰਸ ਕਰਦੇ ਨੇ, ਤੁਹਾਨੂੰ ਕੰਟਰੋਲ ਕਰਨ ਦਾ ਤਰੀਕਾ ਦੱਸਦੇ ਨੇ, ਕਿਉਂ ਹੁੰਦਾ ਐਂਗਰ, ਕਾਹਤੇ ਹੁੰਦਾ, ਤੁਹਾਨੂੰ ਕੀ ਕਰਨਾ ਚਾਹੀਦਾ। ਮੈਨੂੰ ਲੱਗਦਾ ਕਿ ਉਹ ਮੈਡੀਕਲ ਟ੍ਰੀਟਮੈਂਟ ਨਾਲੋਂ ਇਹ ਜਿਹੜਾ ਮੈਨੇਜਮੈਂਟ ਕੋਰਸ ਹੈਗਾ, ਦਿਲ ਬੀ ਮੋਰ ਇਫੈਕਟਿਵ। ਉਹ ਜਿਹੜੇ ਹੈ ਨਾ ਮੈਨੇਜਮੈਂਟ ਕੋਰਸਿਸ, ਉਹਨਾਂ ਵਾਸਤੇ ਮੋਰ ਇਫੈਕਟਿਵ ਹੈਗੇ ਜਿਹੜੇ ਫੀਬਲ ਮਾਈਂਡਡ ਹੈ। ਕਿੱਦਾਂ ਮਤਲਬ? ਜਿਹੜੇ ਬਹੁਤ ਕਮਜ਼ੋਰ ਮਾਈਂਡਡ ਹੈ। ਦੇ ਕੈਨ ਨਾਟ ਥਿੰਕ ਫॉर ਦੈਮਸੈਲਵਸ, ਦੇ ਡਿਪੈਂਡ ਔਨ ਸਮਬਡੀ ਐਲਸ। ਹੁਣ ਜਿੱਦਾਂ ਕਿ ਨਾ ਕਿ ਮਿਸਾਲ ਦੇ ਤੌਰ 'ਤੇ ਇੱਕ ਸਾਧੂ ਨੇ ਨਾ ਬੜੀ ਸੋਹਣੀ ਮਿਸਾਲ ਦਿੱਤੀ। ਉਹਨੂੰ ਸਵਾਲ ਕਿਸੇ ਨੇ ਪੁੱਛਿਆ ਕਿ ਇਨਸਾਨ झूठ क्यों बोलता है? वो कहता इंसान झूठ इसलिए बोलता है कि हर झूठ को सच का सहारा होता है, झूठ अपने आप बेसहारा होता है। ਹੁਣ ਉਹੀ ਮੈਨੇਜਮੈਂਟ ਉਹ ਸਹਾਰਾ ਲੱਭਦੇ ਆ। ਸਹਾਰਾ ਲੱਭ ਕੇ ਨਾ
ਦੇ ਓਨਲੀ ਆਪਣੇ ਆਪ ਨੂੰ ਧੋਖੇ 'ਚ ਰੱਖਦੇ ਆ ਕਿ ਅਸੀਂ ਮੈਨੇਜਮੈਂਟ ਕੋਰਸ ਕੀਤਾ, ਨਾਓ ਆਮ ਫੀਲਿੰਗ ਬੈਟਰ, ਦੈਟ ਇਜ਼ ਮਾਈਂਡ ਓਵਰ ਮੈਟਰ। ਭਾਜੀ ਮੈਨੇਜਮੈਂਟ ਕੋਰਸ ਦੇ ਵਿੱਚ ਨਾਲ ਫਿਜ਼ੀਓਥੈਰੇਪਿਸਟ ਹੁੰਦੇ ਨੇ ਜਿਹੜੇ ਤੁਹਾਨੂੰ ਸਾਈਕੋਥੈਰੇਪਿਸਟ ਵੀ ਹੁੰਦੇ ਨੇ ਜਿਹੜੇ ਤੁਹਾਡੇ ਨਾਲ ਗੱਲਬਾਤ ਕਰਦੇ ਨੇ, ਤੁਹਾਡੀ ਪਰਸਨੈਲਿਟੀ ਦੇ ਬਾਰੇ ਪੁੱਛਦੇ ਨੇ, ਨਾਟ ਅ ਫਿਜ਼ੀਓਥੈਰੇਪੀ ਸਾਈਕੋਥੈਰੇਪਿਸਟ ਜਿਹੜੇ ਹੁੰਦੇ ਨੇ ਉਹਨਾਂ ਦਾ ਕੰਮ ਹੀ ਇਹੀ ਹੁੰਦਾ ਕਿ ਫਾਈਂਡ ਆਊਟ ਕਰਨਾ ਕਿ ਇਹ ਬੰਦਾ ਕਿਉਂ ਗੁੱਸੇ ਵਾਲਾ ਹੈਗਾ। ਹੁਣ ਇਹੀ ਚੀਜ਼ ਹੈਗੀ ਹੈ, ਹੁਣ ਤੁਸੀਂ ਗੱਲ ਕੀਤੀ ਸਾਈਕੋਥੈਰੇਪਿਸਟ ਦੀ, ਹੁਣ ਆਪਣੀ ਮੂੰਹ ਮੀਆਂ ਮਿੱਠੂ ਨਹੀਂ ਬਣਨ ਵਾਲੀ ਗੱਲ, ਕੋਰਸ ਮੈਂ ਵੀ ਕੀਤਾ ਹੋਇਆ, ਆਈਵ ਗॉट ਅ ਸਰਟੀਫਿਕੇਟ ਆਫ ਸਾਈਕੋਥੈਰੇਪੀ। ਹੁਣ ਉਹਦੇ 'ਚ ਕੀ ਹੁੰਦਾ, ਬੰਦਾ ਆਉਂਦਾ, what we do is we talk to the person and ask him to go through his life right from the day he was born till today। ਜਿਹੜੀ ਹੈਗੀ ਹੈ ਸਾਰੀ ਪਾਸਟ ਲਾਈਫ ਹੁੰਦੀ ਹੈ, ਉਹਦੇ ਵਿੱਚ ਅਸੀਂ ਵੀ ਆਰ ਅਲਰਟ ਟੂ ਸੀ ਕਿ ਵੀ ਕਿੱਥੇ ਆ ਕੇ ਉਹਨੇ ਨਾ ਉਹ ਕੰਮ ਕੀਤਾ ਜਿਹਦੇ ਕਰਕੇ ਉਹਨੂੰ ਅੱਜ ਇਫੈਕਟ ਹੋ ਰਿਹਾ। ਦੈਨ ਵਾਟ ਵੀ ਡੂ ਇਜ਼ ਕਿ ਉਸ ਬੰਦੇ ਨੂੰ ਨਾ ਅਸੀਂ ਨਾ ਜੈਂਟਲੀ ਰਿਲੈਕਸ ਕਰ ਦਿੰਦੇ। ਦੈਟ ਇਜ਼ ਓਨਲੀ ਅਸੀਂ ਕਰ ਸਕਦੇ ਹਾਂ ਕਿਉਂਕਿ ਵੀ ਹੈਵ ਗੋਟ ਦ ਟੈਕਨੀਕ ਆਫ ਰਿਲੈਕਸਿੰਗ ਅ ਹਿਊਮਨ ਮਾਈਂਡ। ਉਹਨੂੰ ਰਿਲੈਕਸ ਕਰਕੇ ਨਾ ਮਾਈਂਡ ਨੂੰ will take its mind back to the same point where the problem occurred। ਤੇ ਉੱਥੇ ਜਾ ਕੇ ਨਾ we ask them to break it। ਜਦੋਂ ਉਹ ਬ੍ਰੇਕ ਕਰ ਲੈਂਦਾ then we bring him back to his normal position। ਤੇ ਉਹਨੂੰ ਫਿਰ ਇਹੀ ਸਮਝਾ ਦੇਈਦਾ ਕਿ no matter what happens you cannot reoccur this position again and you are perfectly cured। ਜੇ ਉਹ ਟਰਾਈ ਵੀ ਕਰੇਗਾ ਨਾ ਤਾਂ ਵੀ ਨਹੀਂ ਹੋਏਗਾ। That is the psychotherapist's way of treating people without medication, which is non-physical। ਅੱਛਾ, ਤੁਸੀਂ ਸੋਚਦੇ ਹੋ ਕਿ ਮੈਨੇਜਮੈਂਟ ਜਿਹੜਾ ਐਂਗਰ ਮੈਨੇਜਮੈਂਟ ਦਾ ਕੋਰਸ ਕੰਮ ਨਹੀਂ ਆਉਂਦਾ, ਸਾਈਕੋਥੈਰੇਪਿਸਟ ਦਾ ਸ਼ਾਇਦ ਤੁਸੀਂ ਆਈ ਡੋਨਟ ਨੋ ਹਾਊ ਡੂ ਯੂ ਫੀਲ ਅਬਾਊਟ ਇਟ। ਅਗਰ ਜੇ ਮੈਂ ਤੁਹਾਨੂੰ ਕਹਾਂ ਕਿ ਅਸੀਂ ਥੋੜ੍ਹੀ ਬਹੁਤੀ ਹੋਰ ਸਵਾਲ ਲੈ ਕੇ ਕਰਾਂਗੇ, ਲੇਕਿਨ ਮੈਂ ਚਾਹਾਂਗਾ ਟਾਈਮ ਖਤਮ ਹੋਣ ਤੋਂ ਪਹਿਲਾਂ ਕਿਸੇ ਨੂੰ ਬਹੁਤ ਗੁੱਸਾ ਹੋਵੇ, ਬੜੀ ਛੇਤੀ ਚੜ੍ਹਦਾ ਹੋਵੇ, ਉਹਨੂੰ ਤੁਸੀਂ ਕੀ ਐਡਵਾਈਸ ਦੇਵੋਗੇ? ਮੈਂ ਚਾਹਾਂਗਾ ਤੁਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਦੱਸੋ ਕਿ ਬੰਦਾ ਆਪਣਾ ਐਂਗਰ ਕਿਸ ਤਰ੍ਹਾਂ ਕੰਟਰੋਲ ਕਰ ਸਕਦਾ। ਹੁਣ ਇਹਦਾ ਵੀ ਇੱਕ ਕਾਰਨ ਹੈਗਾ। ਹੁਣ ਉਹਦੀ ਜਿਹੜੀ ਹੈ ਨਾ ਮੋਸਟਲੀ ਇਹ ਜਲਦੀ ਤੁਸੀਂ ਕਹਿੰਦੇ ਆ ਨਾ ਹੀ ਕੈਨ ਕੰਟਰੋਲ ਹਿਮਸੈਲਫ। ਉਹ ਜਿਹੜੀ ਹੈਗੀ ਇਟ ਹੈਜ਼ ਟੂ ਡੂ ਵਿਥ ਹਿਸ ਅਪਬ੍ਰਿੰਗਿੰਗ ਇਨ ਲਾਈਫ ਐਂਡ ਹਿਸ ਕੰਡੀਸ਼ਨਿੰਗ, ਜਿਹਦੇ 'ਚ ਕੰਡੀਸ਼ਨ ਹੋ ਚੁੱਕਿਆ ਹੋਇਆ। ਟੂ ਬ੍ਰੇਕ ਦੈਟ ਕੰਡੀਸ਼ਨਿੰਗ ਯੂ ਹੈਵ ਟੂ be taken back in life to break it and mend it. It's a long process. It can be done. But ਇਹ ਜਿਹੜਾ ਹੈਗਾ it is more on the person's family upbringing ਦੇ ਵਿੱਚ ਆ ਜਾਂਦਾ। It is nothing to do with somebody else। ਉਹ ਜਿੱਦਾਂ ਉਹਨੂੰ ਘਰ ਦੇ 'ਚ ਟਰੀਟ ਕੀਤਾ ਗਿਆ, ਓਏ ਤੂੰ ਉੱਠ ਕੇ ਚੱਲ ਕਰ, ਇਹ ਕਰ, ਉਹ ਕਰ, ਜਲਦੀ ਕਰ, ਇਹ ਕਰ, ਉਹ ਕਰ, ਐਂਡ ਹੀ ਇਜ਼ ਸੋ ਪੈਨਿਕੀ ਸਿਚੁਏਸ਼ਨ ਐਂਡ ਹੀ ਕੈਨ ਨਾਟ ਹੈਲਪ ਇਟ ਐਂਡ ਹੀ ਹੈਜ਼ ਕੰਡੀਸ਼ਨਡ ਹਿਮਸੈਲਫ ਲਾਈਕ ਦੈਟ। ਇਹੀ ਚੀਜ਼ਾਂ ਅਸੀਂ ਹੁਣ ਉਹਦੇ 'ਚੋਂ ਕੱਢਣੀਆਂ, ਅਤੇ ਉਹ ਕੱਢਣੀਆਂ ਸਾਡੇ ਲਈ ਮੁਸ਼ਕਿਲ ਹੋ ਜਾਂਦਾ, ਪਰ ਅਸੀਂ ਕੱਢ ਸਕਦੇ ਹਾਂ। ਇਹਦੇ ਵਾਸਤੇ GP ਕੋਲ ਜਾਓ ਤਾਂ ਉਹਨੇ ਕੋਈ ਮੈਡੀਕੇਸ਼ਨ ਨਹੀਂ ਦੇਣੀ, ਕਹਿਣਾ ਹੈ ਨਹੀਂ ਸਾਡੇ ਕੋਲ ਮੈਡੀਕੇਸ਼ਨ। ਜੇ ਕੋਈ ਦੇ ਵੀ ਦੇਗਾ ਤਾਂ ਉਹਦਾ ਸਾਈਡ ਇਫੈਕਟ ਐਸਾ ਹੋਏਗਾ ਕਿ ਹੋਰ ਕੁਛ ਹੋ ਜਾਏਗਾ। ਅਤੇ ਬਿਹਤਰ ਹੈਗਾ ਟੂ ਗੋ ਟੂ ਦ ਪਰਸਨ ਹੂ ਇਜ਼ ਕੁਆਲੀਫਾਈਡ ਇਨਫ, not qualified enough, sorry, experienced enough। I use the word experienced। Qualification ਤਾਂ only paperwork ਪਰ ਜੀ ਜਦੋਂ ਤੁਸੀਂ ਨਾ ਆਪਾਂ ਬੜੀਆਂ ਚੀਜ਼ਾਂ ਹੁੰਦੀਆਂ ਨੇ, ਕੋਈ ਬਿਮਾਰੀਆਂ ਬਹੁਤ ਦਫੇ ਕਈ ਲੋਕ ਹੈਗੇ ਐਕਸੈਪਟ ਨਹੀਂ ਕਰਦੇ, ਡਿਨਾਇਲ ਲੋਕ ਚੀਜ਼ਾਂ। ਮੈਂ ਤੁਹਾਨੂੰ ਇਹਦਾ ਵੀ ਐਗਜ਼ਾਮਪਲ ਦੇਣਾ। ਆਈ ਡੋਨਟ ਨੋ ਹਾਊ ਮੈਨੀ ਪੀਪਲ ਆਰ ਦੇਅਰ, ਉਹਨਾਂ ਨੂੰ ਪਤਾ ਕਿ ਮੈਨੂੰ ਗੁੱਸਾ ਚੜ੍ਹਦਾ, ਦੇ ਵਿਲ ਨੋਟ ਐਕਸੈਪਟ ਕਿ ਮੈਨੂੰ ਗੁੱਸਾ ਚੜ੍ਹਦਾ। ਲੱਗਦਾ ਤੁਸੀਂ ਪੁੱਠੀ ਗੱਲ ਕਰਦੇ ਹੋ ਤਾਂ ਮੈਨੂੰ ਗੁੱਸਾ ਚੜ੍ਹਦਾ। ਉਹ ਹਮੇਸ਼ਾ ਬਲੇਮ ਕਿਸੇ ਹੋਰ 'ਤੇ ਕਰੇਗਾ, ਆਪ 'ਤੇ ਨਹੀਂ ਪਾਏਗਾ। ਅਤੇ ਮੈਨੂੰ ਹੋਰ ਵੀ ਇਹ ਵੀ ਲੱਗਦਾ ਕਿ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਆਈ ਨੋ ਇਨ ਮਾਈ ਸਰਕਲ ਵਿੱਚ ਕਿ ਡਾਕਟਰ ਪਾਸ ਗਿਆ ਹੋਵੇ ਕਿ ਡਾਕਟਰ ਜੀ ਮੈਨੂੰ ਗੁੱਸਾ ਚੜ੍ਹਦਾ, ਮੇਰਾ ਇਲਾਜ ਕਰੋ। ਨੋਬਡੀ ਡਜ਼ ਦੈਟ। ਹੁਣ ਉਹੀ ਗੱਲ ਹੈ, ਹੁਣ ਇੱਥੇ ਮੈਂ ਤੁਹਾਨੂੰ ਇੱਥੇ ਦੱਸਦਾ ਹੈ, ਛੋਟੀ ਜਿਹੀ ਹੈਗੀ, ਬਹੁਤ ਛੋਟਾ ਜਿਹਾ, ਦੋ ਚਾਰ ਲਾਈਨਾਂ ਹੈਗੀਆਂ
ਇਹ ਹੈਗਾ ਥਾਟ ਪ੍ਰੋਸੈਸ। A man will give an opinion on almost anything. ਇਹ ਆਦਮੀ ਦੀ ਆਦਤ ਹੈ। He does not stop to observe that most of the time he is repeating what somebody has said or written and what he has chosen to believe. He takes other people's idea as his own and rejects them outright according to his conditioning. ਅੱਛਾ, ਹੁਣ ਇਹੀ ਪੰਜਾਬੀ ਦੇ ਵਿੱਚ ਤੁਹਾਨੂੰ ਪੜ੍ਹ ਕੇ ਦੱਸਦਾ ਕਿ ਅਸੀਂ ਜਿਨ੍ਹਾਂ ਨੂੰ ਅੰਗਰੇਜ਼ੀ 'ਚ ਨਹੀਂ ਸਮਝ ਪਿਆ, ਇਨਸਾਨ ਆਪਣੀ ਰਾਏ ਜਾਂ ਸਲਾਹ ਕਿਸੇ ਵੀ ਚੀਜ਼ ਉੱਪਰ ਦੇ ਦਿੰਦਾ ਹੈ। ਕਦੀ ਵੀ ਸ਼ਾਂਤੀ ਨਾਲ ਆਪਣੇ ਆਪ ਨੂੰ ਰੋਕ ਕੇ ਸੋਚ ਅਤੇ ਵਿਚਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿ ਇਹ ਜੋ ਕਹਿ ਰਿਹਾ ਹੈ ਕਿ ਉਹ ਕੀ ਕਹਿ ਰਿਹਾ ਹੈ। ਉਹ ਪਹਿਲਾਂ ਤੋਂ ਹੀ ਕਿਸੇ ਨੇ ਬੋਲਿਆ ਹੁੰਦਾ ਹੈ ਜਾਂ ਲਿਖਿਆ ਹੋਇਆ ਹੁੰਦਾ ਹੈ, ਅਤੇ ਜਿਵੇਂ ਉਸ ਦੀ ਮੰਨਤ ਹੁੰਦੀ ਹੈ ਉਹ ਦੂਸਰਿਆਂ ਦੇ ਵਿਚਾਰਾਂ ਨੂੰ ਆਪਣਾ ਬਣਾ ਕੇ ਜਾਂ ਸੁੱਟ ਕੇ ਪੇਸ਼ ਕਰ ਦਿੰਦਾ ਹੈ, ਆਪਣੀ ਆਦਤ ਜਾਂ ਪਾਲਣਾ ਦੇ ਸੁਭਾਅ ਦੇ ਕਾਰਨ। ਕਿਉਂਕਿ ਅਸੀਂ ਦੂਜਿਆਂ ਦੇ ਵਿਚਾਰ ਛੇਤੀ ਲੈ ਕੇ ਨਾ ਅਸੀਂ ਉਹਨਾਂ 'ਤੇ ਰਿਐਕਟ ਕਰਦੇ ਹਾਂ ਅਤੇ ਆਪਣਾ ਬਣਾ ਲੈਂਦੇ ਹਾਂ, ਅਤੇ ਫਿਰ ਇਹੀ ਤਾਂ ਕਨਫਲਿਕਟ ਚੱਲ ਪੈਂਦਾ। ਕਿਸੇ ਦੀ ਗੱਲ ਪੂਰੀ ਸੁਣਦੇ ਨਹੀਂ ਹੈ, ਅੱਧ ਵਿਚਾਲੇ ਕੱਟ ਕੇ ਤੇ ਆਪਣੇ ਆਪ ਨੂੰ ਅਗਾਂਹ ਰੱਖਦੇ ਆ। ਪਰ ਕਈ ਦਫਾ ਤੁਸੀਂ ਨਾ ਬੰਦਾ ਕੋਈ ਗੱਲ ਕਰਦਾ ਨਾ ਅਤੇ ਦੂਜਾ ਬੰਦਾ ਬੈਠਾ ਸੁਣਦਾ। ਕਿਤੇ ਵੀ ਪਾਰਟੀ 'ਤੇ ਮਿਲਿਆ, ਵਿਆਹ ਸ਼ਾਦੀ 'ਤੇ ਮਿਲਿਆ ਜਾ ਕੇ, ਅਤੇ ਉੱਥੇ ਤੁਸੀਂ ਗਰੁੱਪ 'ਚ ਬੈਠੇ ਹੋ, ਕਈ ਦਫਾ ਬੰਦਾ ਉਹ ਗੱਲਾਂ ਸੁਣ ਕੇ ਨਾ ਕੀ ਕਹਿੰਦਾ, ਜਦੋਂ ਗੱਲਾਂ ਖਤਮ ਹੁੰਦੀਆਂ ਬਾਹਰ ਆ ਜਾਂਦਾ, ਕਹਿੰਦਾ ਯਾਰ ਮੈਨੂੰ ਚਾਹ ਦਾ ਕੱਪ ਦੇ, ਮੇਰਾ ਸਿਰ ਦੁਖਣ ਲੱਗ ਗਿਆ ਉਹਦੀ ਗੱਲਾਂ ਦੇ ਨਾਲ ਹੈ। ਕਿਉਂਕਿ ਉਹਨੇ ਆਪਣੇ ਆਪ ਨੂੰ ਕੰਟਰੋਲ ਕੀਤਾ, ਉਹਨੇ ਗੁੱਸਾ ਨਹੀਂ ਕੀਤਾ, ਉਹਨੇ ਰਿਸਪੈਕਟ ਦਿਖਾਈ, ਬੰਦਿਆਂ ਨੂੰ ਟੈਲ ਆਫ ਨਹੀਂ ਕੀਤਾ ਕਿ ਯਾਰ ਤੂੰ ਕੀ ਜਬਲਿਆਂ 'ਚ ਮਾਰੀ ਜਾਂਦਾ, ਲੇਕਿਨ ਉਹਨੇ ਆਪਣੇ ਆਪ ਨੂੰ ਪਨਿਸ਼ਮੈਂਟ ਦੇ ਲਈ ਕਿ ਉਹਦਾ ਹੈਡੇਕ ਹੋ ਗਈ ਉਹਨੂੰ। ਪਤਾ ਕੀ, ਹੁਣ ਇੱਕ ਸਾਡੇ ਬੋਲਣ ਦਾ ਲਹਿਜ਼ਾ ਵੀ ਹੈਗਾ ਕਿ ਅਸੀਂ ਜੇ ਕਿਸੇ ਨਾਲ ਅਸੀਂ ਇੱਕ ਸੈਂਟੈਂਸ ਬੋਲਦੇ ਹਾਂ ਨਾ, ਅਤੇ ਉਹਦੇ ਬਾਅਦ ਸਾਨੂੰ ਨਾ 2 ਜਾਂ 3 ਸੈਕਿੰਡ ਦਾ ਗੈਪ ਦੇਣਾ ਚਾਹੀਦਾ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਹੋਣਾ, ਕਿਉਂਕਿ ਉਹ ਜਿਹੜਾ ਪਹਿਲਾਂ ਕਿਹਾ ਹੋਇਆ ਹੁੰਦਾ ਨਾ ਉਹ ਗ੍ਰਹਿਣ ਹੋ ਜਾਂਦਾ, ਫਿਰ ਜੋ ਉਹ ਤੋਂ ਬਾਅਦ ਦੂਜਾ ਸੈਂਟੈਂਸ ਬੋਲਿਆ ਜਾਂਦਾ ਉਹਦੇ ਬਾਅਦ ਵੀ ਇੰਨਾ ਗੈਪ ਦਿੱਤਾ ਹੈ। ਜੇ ਅਸੀਂ ਗੈਪਸ ਦੇ ਵਿੱਚ ਅਸੀਂ ਆਪਣੇ ਆਪ ਨੂੰ ਕੰਡੀਸ਼ਨ ਕਰ ਲਈਏ ਕਿ ਅਸੀਂ ਐਸੇ ਸੁਣ ਰਹੇ ਹਾਂ ਅਤੇ ਕੋਈ ਪ੍ਰੋਬਲਮ ਨਹੀਂ ਪੈਦਾ ਹੁੰਦੀ। ਅਤੇ ਜਦੋਂ ਅਸੀਂ ਤੋਤੇ ਦੀ ਤਰ੍ਹਾਂ ਰਟਾ ਲਾ ਕੇ ਟਟ ਬੋਲੀ ਜਾਵਾਂਗੇ, ਪੰਜਾਬੀ 'ਚ ਕਹਿੰਦੇ ਅੱਗਾ ਦੌੜ ਅਤੇ ਪਿੱਛੋਂ ਚੌੜ, ਸੁਣੀ ਕਹਾਵਤ ਕਿ ਅੱਗੇ ਦੌੜੇ ਜਾਂਦੇ ਪਿੱਛੋਂ ਖਤਮ ਹੁੰਦਾ ਜਾਂਦਾ, ਪਿਛਲਾ ਸਮਝ ਨਹੀਂ ਪੈਂਦੀ, ਅੱਗੇ ਦੌੜੀ ਜਾਂਦਾ। ਅਤੇ ਇਹ ਚੀਜ਼ਾਂ ਆਮ ਜਦੋਂ ਗਰੁੱਪ ਮੀਟਿੰਗਸ ਹੁੰਦੀਆਂ, ਜਿੱਦਾਂ ਵਿਆਹ ਸ਼ਾਦੀਆਂ, ਉਹਨਾਂ 'ਚ ਜ਼ਿਆਦਾ ਪਾਇਆ ਜਾਂਦਾ। ਭਾਅ ਜੀ ਜਿਹੜਾ ਐਂਗਰ ਹੈਗਾ ਨਾ, ਸਪਲਿਟ ਸੈਕਿੰਡ ਅਗਰ ਤੁਸੀਂ ਉਹਨੂੰ ਰੋਕ ਲਵੋ ਨਾ ਤਾਂ ਬਹੁਤ ਨੁਕਸਾਨ ਹੋ ਤੋਂ ਬਚ ਸਕਦਾ ਹੈਗਾ। ਕਿਉਂਕਿ ਕੋਈ ਵੀ ਤੁਸੀਂ ਡਿਸਾਈਡ ਜਾਂ ਤੁਸੀਂ ਗੱਲ ਕਹਿੰਦੇ ਹੋ ਗੁੱਸੇ 'ਚ ਕਹਿੰਦੇ ਹੋ ਨਾ, ਜਦੋਂ ਤੁਸੀਂ ਕਾਮ ਹੋ ਜਾਂਦੇ ਹੋ, ਇੱਕ ਪਤਾ ਗੁੱਸਾ ਬੜੀ ਫਨੀ ਚੀਜ਼ ਹੈ, 1 ਸੈਕਿੰਡ 'ਚ ਅੰਦਰ ਆ ਗਿਆ ਤੁਹਾਡੀ ਬੋਡੀ ਦੇ, ਤੁਸੀਂ ਉਹ ਗੁੱਸੇ ਨਾਲ ਰਿਐਕਟ ਕੀਤਾ, ਉਹ 1 ਸੈਕਿੰਡ ਉੱਤਰ ਵੀ ਜਾਂਦਾ ਟੋਟਲੀ, ਫਿਰ ਤੁਸੀਂ ਰਿਗਰੈਟ ਕਰਦੇ ਹੋ ਯਾਰ ਮੈਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ, ਮੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਲੇਕਿਨ ਉਹ ਜਿਹੜਾ ਸਪਲਿਟ ਸੈਕਿੰਡ ਹੁੰਦਾ ਹੈ, ਆਪਣੇ ਪਾਸ ਟਾਈਮ ਬੜਾ ਥੋੜ੍ਹਾ, ਮੈਂ ਚਾਹੁੰਦਾ ਕਿ ਤੁਸੀਂ ਦੱਸੋ, ਬੜਾ ਮੈਂ ਬਾਰ ਲਫ਼ਜ਼ ਕਹਿੰਦਾ, ਇੱਕ ਦੂਜੇ ਨੂੰ ਕਹਿਣਾ ਬੜਾ ਸਖਾਲਾ ਹੁੰਦਾ। ਅਗਰ ਕਿਸੇ ਦਾ ਐਟੀਟਿਊਡ ਹੀ ਇੱਦਾਂ ਦਾ ਹੈਗਾ ਕਿ ਉਹਨੂੰ ਗੁੱਸਾ ਚੜ੍ਹਦਾ ਕਿ ਕਿਸੇ ਨੇ ਗਲਤ ਗੱਲ ਕੀਤੀ ਹੈਗੀ ਆ, ਬੰਦਾ ਕਹਿੰਦਾ ਕਿ ਤੁਸੀਂ 1 ਮਿੰਟ ਲਈ ਉਹਨੂੰ ਕੰਟਰੋਲ ਕਰ ਲਓ। ਭਾਜੀ ਕਿੱਦਾਂ ਕਰ ਲਓ, ਕਿਉਂਕਿ ਜਦ ਹੈਬਿਟ ਹੀ ਨਹੀਂ ਹੈ, ਉਹਦਾ ਕਿਹੜਾ ਕੋਈ ਮੈਜਿਕ ਹੈ, ਕੋਈ ਸੁੱਚ ਹੈਗੀ ਕਿ ਤੁਸੀਂ ਸੁੱਚ ਆਫ ਕਰ ਦਿਓ ਅਤੇ ਗੁੱਸਾ ਚਲੇ ਗਿਆ ਅਤੇ ਵਾਪਸ ਕਰ ਲਓ, ਤੁਸੀਂ ਠੀਕ ਹੋ ਗਏ। ਨਹੀਂ, ਹੁਣ ਇਹੀ ਗੱਲ ਹੈਗੀ ਹੈ, ਉਹ ਤੁਹਾਡੀ ਗੱਲ ਬਿਲਕੁਲ ਸਹੀ ਹੈ, ਕੋਈ ਮੈਜਿਕ ਸਵਿਚ ਨਹੀਂ ਹੈਗਾ, ਪਰ ਇਹਦੇ ਵਾਸਤੇ ਨਾ ਇਟਸ ਅ ਲੌਂਗ ਪ੍ਰੋਸੈਸ। ਸਾਨੂੰ ਆਪਣੇ ਮਨ ਦੀ ਨਾ ਹਾਲਤ ਸਮਝਣੀ ਚਾਹੀਦੀ ਹੈ। ਅਸੀਂ ਸਾਡਾ ਮਨ ਕੀ ਕਹਿੰਦਾ, ਅਸੀਂ ਕੀ ਕਰਦੇ ਹਾਂ, ਕੀ ਉਹ ਮੈਚ ਕਰਦਾ ਕਿ ਨਹੀਂ ਕਰਦਾ। ਵੈਨ ਵੀ ਆਰ ਫਾਈਟਿੰਗ ਈਚ ਅਦਰ ਅਤੇ ਫਿਰ ਗੁੱਸਾ ਤਾਂ ਆਉਣਾ ਹੀ ਹੈ। ਅਤੇ ਜਿਹੜਾ ਤੁਸੀਂ ਸਪਲਿਟ ਆਫ ਅ ਸੈਕਿੰਡ ਕਿਹਾ, ਦੈਟ ਇਜ਼ ਆਲਸੋ ਕੁਆਇਟ ਫਾਸਟ। ਪਰ ਉਹ ਇਟ ਹੈਪਨਸ ਕਿ ਬੰਦਾ ਕਹਿੰਦਾ ਯਾਰ ਮੈਨੂੰ ਬਸ ਇੱਦਾਂ ਚੜ ਗਿਆ, ਮੈਂ ਚੁੱਪ ਕਰ ਜਾਂਦਾ ਅਤੇ ਠੀਕ ਆਪਾਂ ਇੱਦਾਂ ਨਹੀਂ ਸੀ, ਇਹ ਨਹੀਂ ਸੀ ਹੋਣਾ, ਹੁਣ ਸੀ। ਅੱਛਾ, ਹੁਣ ਦੂਜੀ ਗੱਲ ਹੈਗੀ ਆ, ਮੈਂ ਹੁਣ ਜੇ UK ਦੀ ਲੰਡਨ ਦੀ ਗੱਲ ਕਰਾਂ, ਟ੍ਰੈਫਿਕ ਦੇ ਵਿੱਚ ਭਾਅ ਜੀ ਤੁਸੀਂ ਘਰੋਂ ਨਿਕਲਦੇ ਹੋ ਨਾ, ਵਿਦਿਨ ਹਾਫ ਐਨ ਆਵਰ ਤੁਸੀਂ 5 ਬੰਦਿਆਂ ਨੇ ਤੁਹਾਨੂੰ ਗੁੱਸਾ ਚਲਾ ਦਿੱਤਾ ਹੁੰਦਾ। ਉਹਨਾਂ ਦਾ ਜਿਹੜਾ ਬਿਹੇਵੀਅਰ ਹੈ ਟ੍ਰੈਫਿਕ ਦਾ,
ਲਾਅ ਦੇ ਮੁਤਾਬਿਕ ਨਹੀਂ ਚੱਲਦੇ, ਜਿੱਦਾਂ ਇੰਡੀਆ ਪਾਕਿਸਤਾਨ ਦੇ ਵਿੱਚ ਖੜੇ ਹੋ ਜਾਂਦੇ ਨੇ। ਸੋ ਜਿਹੜਾ ਬੰਦਾ ਜੰਮਿਆ ਪਲਿਆ ਯੂਕੇ ਦੇ ਵਿੱਚ, ਉਹ ਡਰਾਈਵਿੰਗ ਬੜੀ ਸੈਂਸਿਬਲੀ ਯੂਜ਼ ਕਰਦਾ ਹੈ, ਲੋਕਾਂ ਦੀ ਪਰਵਾਹ ਕਰਦਾ, ਕਰਟਸੀ ਦਿਖਾਉਂਦਾ ਹੈ। ਕਈ ਲੋਕ ਨਹੀਂ ਦਿਖਾਉਂਦੇ ਤੇ ਗੁੱਸਾ ਤਾਂ ਚੜੇਗਾ, ਫਿਰ ਉਹਦਾ ਕੀ ਕਰੇਗਾ? ਇਹਦੇ ਤੇ ਬੜੇ ਮਜ਼ੇਦਾਰ ਮੈਂ ਇੱਕ ਆਪਣਾ ਆਪ ਬਣਾਇਆ ਹੋਇਆ ਇੱਕ ਬੜਾ ਡਾਇਲੋਗ ਹੈਗਾ, ਉਹ ਗੱਡੀ ਦੇ ਵਿੱਚ ਮੈਂ ਲਿਖ ਕੇ ਰੱਖਿਆ ਹੋਇਆ ਆਪਣੀ ਗੱਡੀ ਦੇ ਵਿੱਚ। ਉਹ ਹੈਗਾ, ਟੂ ਐਵਰੀ ਮੈਨ ਦੇਅਰ ਓਪਨ ਦ ਹਾਈਵੇ, ਟੂ ਐਵਰੀ ਮੈਨ ਦੇਅਰ ਓਪਨ ਅ ਲੋ ਵੇ, ਐਵਰੀ ਮੈਨ ਡਿਸਾਈਡਿਥ which way his soul shall go. The high souls go the highway, the low souls go the low way. In between go on the misty flats, the rest go to and fro. Every man decideth which way his soul shall go. ਇਹ ਸਾਡੀ ਚੋਇਸ ਹੈਗੀ ਹੈ। ਰੱਬ ਨੇ ਸਾਨੂੰ ਇੰਨੀ ਨੇਚਰ ਨੂੰ ਇਹੋ ਜਿਹਾ ਬਣਾਇਆ ਕਿ ਸਾਡੀ ਚੋਇਸ ਹੈ ਕਿ ਅਸੀਂ ਹਾਈਵੇ ਜਾਣਾ ਕਿ ਲੋਵੇ ਜਾਣਾ। ਤੇ that is not a flick of a second, that is just a moment. Moment is much shorter than a flick of a second. ਤੇ ਉੱਥੇ ਡਿਸੀਜਨ ਅਸੀਂ ਆਪ ਕਰਨੀ ਹੈ। ਤੇ we can't blame anybody else for that. Mostly it is self-inflicted, ਜਿਹੜਾ ਐਂਗਰ ਹੈ। ਤੁਸੀਂ ਇੱਕ ਅੱਧੇ ਮਿੰਟ ਮੈਨੂੰ ਦੱਸੋ, ਹੁਣ ਆਪਾਂ ਜਿੰਨਾ ਵੀ ਟੌਪਿਕ ਕੀਤਾ, ਐਂਗਰ ਦਾ ਕੀਤਾ, ਐਂਗਰ ਮੈਨੇਜਮੈਂਟ ਦਾ ਕੀਤਾ ਹੈ, ਸਾਈਕੋਥੈਰੇਪਿਸਟ ਦੀਆਂ ਗੱਲਾਂ ਕੀਤੀਆਂ, ਮੈਡੀਕਲ ਦੀ ਗੱਲ ਕੀਤੀ ਹੈ, ਇਲਾਜ ਕੀ ਹੈ ਇਹਦਾ? ਇਲਾਜ ਹੈਗਾ, ਤੁਸੀਂ ਮੈਂ ਵੀ ਦੱਸਾਂਗਾ ਤੁਹਾਨੂੰ ਇਹਦਾ ਇਲਾਜ, ਮੈਂ ਵੀ ਦੱਸਾਂਗਾ, ਪਰ ਤੁਸੀਂ ਦੱਸੋ ਪਹਿਲਾਂ। ਚਲੋ ਤੁਸੀਂ ਦੱਸ ਲਓ ਫਿਰ। ਨਹੀਂ ਤੁਸੀਂ ਕਰੋ ਪਲੀਜ਼, ਮੈਂ ਤਾਂ ਫਿਨਿਸ਼ ਕਰਾਂਗਾ ਨਾ ਸ਼ੋਅ ਦੇ ਨਾਲ। ਇਲਾਜ ਇੱਕ ਤਾਂ ਹੈਗਾ ਆਪਣੇ ਆਪ ਨੂੰ ਸੁਧਾਰਨਾ, ਜਿਹੜਾ ਨਾ ਉਹ ਬਹੁਤ ਇੰਪੋਰਟੈਂਟ ਹੈਗਾ। ਅਸੀਂ ਕਿਸੇ ਦੇ ਕਹੇ 'ਤੇ ਨਹੀਂ ਚੱਲਣਾ, ਅਸੀਂ ਆਪਣੀ ਇੰਟੈਲੈਕਟ ਯੂਜ਼ ਕਰਨੀ ਹੈ ਕਿ ਇਹ ਦ ਵਰਡ ਇਜ਼ ਲੌਜੀਕਲੀ। ਜੇ ਅਸੀਂ ਲੌਜਿਕਸ ਨਹੀਂ ਭੁੱਲਣਾ ਐਂਡ ਫੈਕਟਸ ਨਹੀਂ ਭੁੱਲਣੇ, ਜੇ ਅਸੀਂ ਲੌਜਿਕਸ, ਹੁਣ ਮੈਂ ਤਾਂ ਕਿਸੇ ਨੂੰ ਗੱਲ ਕਹਿ ਦਿੱਤੀ ਹੈ ਕਿ ਤੂੰ ਬਹੁਤ ਮਾੜਾ ਬੰਦਾ, ਉਹਨੇ ਇਹੀ ਸੁਣਨਾ ਮਾੜਾ ਬੰਦਾ। ਉਹਨੂੰ ਪੁੱਛੋ, ਭਾਈ ਅੱਛਾ ਦੱਸ ਕਿਉਂ ਮਾੜਾ ਬੰਦਾ, ਕੀ ਗੱਲ ਹੋਈ? ਤੇ ਉਹ ਫਿਰ ਤੁਹਾਨੂੰ ਦੱਸੇਗਾ ਕਿ ਇੱਦਾਂ ਦੈਨ ਯੂ ਕੈਨ ਰੈਕਟੀਫਾਈ ਇਟ। ਅਤੇ ਰੈਕਟੀਫਿਕੇਸ਼ਨ ਵੀ ਸਾਡੇ ਆਪਣੇ ਦੇ ਵਿੱਚ ਹੈ, ਕਿਸੇ ਕੋਲ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈਗੀ। ਅਤੇ ਬਿਹਤਰ ਹੈਗਾ ਕਿ ਅਸੀਂ ਆਪ ਹੀ ਰੈਕਟੀਫਾਈ ਆਪਣੇ ਆਪ ਨੂੰ ਕਰੀਏ। ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ, ਤੇ ਸੁਣਿਆ ਹੀ ਹੋਇਆ। ਬਹੁਤ ਜ਼ਬਰਦਸਤ ਸ਼ੋਰ ਸੀਗਾ, ਕਰ खुद ही को इतना बुलंद, खुद ही को कर इतना बुलंद कि हर तकदीर से पहले खुदा बंदे से पूछे तेरी रजा क्या है। खुदा बंदे से खुद पूछे, हाँ खुद पूछे कि तेरी रजा क्या है, तेरी रजा क्या है। ਕਿੰਨੇ ਕੁ ਬੰਦੇ ਇਦਾਂ ਦੇ ਹੈਗੇ ਕਿ ਖੁਦਾ ਤੁਹਾਨੂੰ ਪੁੱਛੇਗਾ ਇਦਾਂ ਦੀ ਗੱਲ? ਹੈਗੇ ਆ ਬਹੁਤ। ਇਹ ਬੜਾ ਜ਼ਬਰਦਸਤ ਸ਼ੋਰ ਹੈ, ਲੇਕਿਨ ਇਹ ਜਿਹੜਾ ਸ਼ੇਰ ਹੈਗਾ ਨਾ, ਇਹ ਸਾਰਾ ਫਿੱਟ ਕਰਦਾ ਚੀਜ਼ ਦੇ ਵਿੱਚ ਪ੍ਰੋਪਰ। ਇੱਕ ਰਸਤਾ ਦਿਖਾਉਂਦਾ ਪਿਆ ਕਿ ਤੂੰ ਆਪਣੇ ਆਪ ਨੂੰ ਇਦਾਂ ਦਾ ਬਣਾ ਲਾ ਕਿ ਜਦੋਂ ਤੂੰ ਤਕਦੀਰ ਲੈਣਾ ਤੈਨੂੰ ਰੱਬ ਪੁੱਛੇ ਕਿ ਮੈਂ ਤੇਰੀ ਤਕਦੀਰ ਕਿੱਦਾਂ ਦੀ ਲਿਖਾਂ। ਹੁਣ ਇਹ ਜਿਹੜਾ ਮੈਨੂੰ ਸਪਰ ਆਫ ਦਾ ਮੂਮੈਂਟ ਮੈਨੂੰ ਯਾਦ ਆ ਗਿਆ। ਹੁਣ ਸ਼ੇਖ ਫਰੀਦ ਕੀ ਕਹਿੰਦੇ, ਫਰੀਦਾ ਗੁੱਸਾ ਮਨ ਨਾ ਹੰਡਾ, ਬੁਰੇ ਦਾ ਭਲਾ ਕਰ। ਹੁਣ ਮਨ ਦੇ 'ਚ ਹੰਡਾਣਾ ਕੀ ਹੁੰਦਾ ਤੁਸੀਂ ਸਮਝਦੇ ਹੋ ਨਾ, ਜਿਹਨੂੰ ਚੰਗੀ ਤਰ੍ਹਾਂ ਯੂਜ਼ ਕੀਤਾ ਜਾਏ, ਪਰ ਉਹਨੂੰ ਅਸੀਂ ਹੰਡਾਣਾ ਨਹੀਂ ਹੈ, ਉਹਨੂੰ ਕੱਢ। ਅਤੇ ਜਿਹੜਾ ਜਿਹਨੇ ਬੁਰਾ ਕੀਤਾ ਉਹਦਾ ਭਲਾ ਕਰ। ਇੱਕ ਬੜੀ ਛੋਟੀ ਜਿਹੀ ਮਿਸਾਲ ਮੈਂ ਤੁਹਾਨੂੰ ਦਿੰਦਾ। ਇੱਥੇ ਸਾਊਥ ਹਾਲ ਦੀ ਗੱਲ ਹੀ ਹੈ। ਬੰਦਾ ਹੁੰਦਾ ਸੀ, ਉਹਦਾ ਨਾਮ ਹੁਣ ਤਾਂ ਨਹੀਂ ਹੈਗਾ, ਮਰ ਗਿਆ ਹੋਇਆ। ਤੁਰਿਆ ਜਾਂਦਾ ਸੀ, ਸੇਂਟ ਜੋਸਫ ਡਰਾਈਵ 'ਚੋਂ ਨਿਕਲਿਆ ਗੁਰਦੁਆਰੇ ਹੋ ਕੇ, ਅਤੇ ਕੋਈ ਹੋਰ ਉਹਦਾ ਫਰੈਂਡ ਮਿਲਿਆ। ਪਤਾ ਨਹੀਂ ਉਹਨੂੰ ਕੋਈ ਪੁਰਾਣੀ ਦੁਸ਼ਮਣੀ ਸੀਗੀ, ਉਹਨੇ ਨਾ ਉਹਨੂੰ ਗਾਲਾਂ ਕੱਢੀਆਂ। ਗਾਲਾਂ ਕੱਢ ਕੇ ਨਾ, ਅਤੇ ਉਹ ਬੰਦਾ ਜਿਹਨੂੰ ਕੱਢੀਆਂ ਨਾ, ਉਹ ਚੁੱਪ ਕੀਤਾ ਰਿਹਾ। ਉਹ ਕਹਿੰਦਾ ਭਾਈ ਸਾਹਿਬ, ਕਹਿੰਦਾ ਮਾਫ਼ ਕਰਨਾ, ਮੈਨੂੰ ਨਾ ਥੋੜ੍ਹਾ ਸੁਣਦਾ ਜਿਹੜਾ ਕੁਛ ਹੈ, ਜਿਹੜਾ ਫਿਰ ਤੀ ਗਾਲ ਕੱਢਣਾ ਤਾਂ ਜੋ ਕਿਹਾ ਸੀ ਫਿਰ ਤੀ ਕਰਨਾ। ਉਹਨੇ ਫਿਰ ਤੀ ਗਾਲਾਂ ਕੱਢੀਆਂ। ਕਹਿੰਦਾ ਜੀ ਮੈਂ ਵੀ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਹ ਰਿਪੀਟ ਕੀਤੀਆਂ। ਮੈਨੂੰ ਪਹਿਲੀ ਵਾਰੀ ਵੀ ਸੁਣ ਗਈ ਅਸੀਂ। ਹੁਣ ਇਹ ਜੇ ਚੰਗੀਆਂ ਗੱਲਾਂ ਤਾਂ ਤੁਹਾਨੂੰ ਪਤਾ ਚੰਗੀਆਂ ਗੱਲਾਂ ਕਿੱਥੋਂ ਨਿਕਲਦੀਆਂ, ਅਤੇ ਜੇ ਤਾਂ ਗੰਦੀ ਗੱਲ ਹੈ ਹੁਣ ਤੁਹਾਨੂੰ ਪਤਾ ਕਿ ਡਸਟਬਿਨ 'ਚੋਂ ਨਿਕਲੀ ਹੈ। ਹੁਣ ਮੈਨੂੰ ਪਤਾ ਲੱਗਿਆ ਤੁਹਾਡਾ ਮੂੰਹ ਕਿਹੋ ਜਿਹਾ। ਬੰਦਾ ਕਹਿੰਦਾ ਚੁੱਪ ਕਰਕੇ ਨਾ ਚਲਾ ਗਿਆ। ਹੁਣ ਉਹਨੇ ਗੁੱਸਾ ਨਹੀਂ ਕੀਤਾ, ਪਰ ਲੌਜੀਕਲੀ ਉਹਨੂੰ ਐਕਸਪਲੇਨ ਕਰ ਦਿੱਤਾ। ਕਿਉਂਕਿ ਖੁਦ ਹੀ ਕੋ ਕਰ ਬੁਲੰਦ, ਆਪਣੇ ਆਪ ਨੂੰ ਅਸੀਂ ਬੁਲੰਦੀ 'ਤੇ ਲੈ ਜਾਓ।
ਆਪਣੇ ਆਪਣੇ ਆਪ ਨੂੰ ਚੁੱਕਣਾ ਅਸੀਂ ਉੱਪਰ, ਕੋਈ ਸਾਨੂੰ ਨਹੀਂ ਚੁੱਕੇਗਾ। ਤੇ ਇਹ ਸਾਡੇ 'ਚ ਆਪਣੇ 'ਚ ਤਾਕਤ ਹੈਗੀ ਹੈ। ਅਸੀਂ ਕਹਿੰਦੇ ਨਹੀਂ 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 ਸਾਨੂੰ ਕੋਈ ਹੈਲਪ ਕਰੇਗਾ। ਜਿੱਦਾਂ ਮੈਂ ਕਿਹਾ ਸੀ ਕਿ ਹਰ ਝੂਠ ਕੋ ਸੱਚ ਦਾ ਸਹਾਰਾ ਹੋਤਾ ਹੈ, ਝੂਠ ਆਪਣੇ ਆਪ ਤੋਂ ਬੇਸਹਾਰਾ ਹੈ। ਤੇ ਇਹ ਗੱਲਾਂ ਅਸੀਂ ਵਿਚਾਰਨੀਆਂ, ਕਿਸੇ ਨੇ ਨਹੀਂ ਕਰਨੀਆਂ। ਤੇ ਆਈ ਹੋਪ ਆਈ ਹੈਵ ਆਨਸਰਡ। ਚਲੋ ਭਾਜੀ, ਟਾਈਮ ਬੜੀ ਫਾਸਟ ਨਿਕਲ ਗਿਆ। ਅਸੀਂ ਜੋ ਗੱਲਬਾਤ ਕੀਤੀ ਹੈ ਆਪਣੇ ਸਰਦਾਰ ਮਨਮੋਹਨ ਸਿੰਘ ਮਾਨਰਾ ਦੇ ਨਾਲ, ਇਹ ਸਿਰਫ ਚੈਟ ਸ਼ੋ ਹੈਗਾ। ਅਸੀਂ ਗੁੱਸੇ ਬਾਰੇ, ਐਂਗਰ ਬਾਰੇ ਗੱਲਬਾਤ ਕਰਦੇ ਹਾਂ। ਅਸੀਂ ਮੈਂ ਡਿਸਕਸ ਕਰਦੇ ਕਿ ਕਈ ਲੋਕ ਮੰਨਦੇ, ਕੋਈ ਬੰਦਾ ਕਹਿੰਦਾ ਤੈਨੂੰ ਬਿਮਾਰੀ ਹੈ, ਕਈ ਕਹਿੰਦਾ ਨਹੀਂ ਇਹਦੀ ਆਦਤ ਹੈਗੀ ਹੈ, ਕਈ ਕਹਿੰਦਾ ਇਹਨੂੰ ਗੁੱਸਾ ਚੜ੍ਹਦਾ, ਕਈ ਬੰਦਾ ਕਹਿੰਦਾ ਬੜਾ ਖੁਸ਼ ਤਬੀਅਤ ਹੈਗਾ। ਇਹਦੀ ਕੋਈ ਵਰੀ ਕਰਨ ਵਾਲੀ ਗੱਲ ਨਹੀਂ ਹੈ। ਪਰ ਆਲਵੇਜ਼ ਅਗਰ ਤੁਸੀਂ ਚਾਹੋ, ਡੋਂਟ ਵਰੀ ਅਬਾਊਟ ਇਟ। ਆਪਣੀ ਜਿੱਦਾਂ ਲਾਈਫ ਲੀਡ ਕਰਦੇ ਹੋ ਉੱਦਾਂ ਕਰੋ। ਅਗਰ ਤੁਸੀਂ ਚਾਹੁੰਦੇ ਹੋ ਮੈਡੀਕਲ ਹੈਲਪ ਲੈਣੀ ਹੈ, ਤੁਸੀਂ ਉਹ ਕਰ ਸਕਦੇ ਹੋ। ਤੁਸੀਂ ਸਾਈਕੋਥੈਰੇਪਿਸਟ ਨੂੰ ਦਿਖਾਉਣਾ ਚਾਹੁੰਦੇ ਹੋ, ਕੁਝ ਵੀ ਡਿਪੈਂਡ ਕਰਦਾ ਕਿ ਹਾਊ ਯੂ ਫੀਲ ਅਬਾਊਟ ਇਟ। ਅਗਰ ਤੁਹਾਡੇ ਗੁੱਸੇ ਨੇ ਤੁਹਾਡੇ 'ਚ ਬਹੁਤ ਨੁਕਸਾਨ ਪਹੁੰਚਾਇਆ ਰਿਸ਼ਤੇਦਾਰੀ ਵਿੱਚ ਜਾਂ ਪੈਸੇ ਦੇ ਵਿੱਚ, ਫਿਰ ਮੈਨੂੰ ਲੱਗਦਾ ਡੈਫੀਨੇਟਲੀ ਕੁਝ ਨਾ ਕੁਝ ਦਿਖਾਉਣਾ ਪਏਗਾ। ਜਦ ਤੱਕ ਥੋੜ੍ਹਾ ਬਹੁਤਾ ਗੁੱਸਾ ਹੁੰਦਾ, ਕਿਸੇ ਨੂੰ ਨੁਕਸਾਨ ਨਹੀਂ ਹੁੰਦਾ, ਨਾ ਰਿਸ਼ਤੇਦਾਰੀ ਦਾ, ਨਾ ਪੈਸੇ ਦਾ, ਕਿਸੇ ਤਰੀਕੇ ਦਾ, ਤੇ ਕੋਈ ਤਕਲੀਫ ਨਹੀਂ ਹੁੰਦੀ, ਤੇ ਉਹ ਤੇ ਆਮ ਬੰਦਿਆਂ ਦਾ ਹੋ ਹੀ ਜਾਂਦਾ। ਇੱਕ ਦੋ ਜਿਹੜੇ ਲੋਕ ਵਿਆਹੇ ਹੋਏ ਨੇ ਉਹਨਾਂ ਦਾ ਇੱਕ ਮੈਂ ਆਪਣੇ ਵੱਲੋਂ ਦਿੰਦਾ ਇਹਦੀ ਰੈਮੇਡੀ, ਕਿ ਜਦੋਂ ਬੰਦਿਆਂ ਨੂੰ ਕਾਰਾਂ 'ਚ, ਮੈਂ ਲੰਡਨ ਦੀ ਗੱਲ ਕਰਦਾ ਜਿੱਥੇ ਬਹੁਤ ਗੁੱਸਾ ਗਿਲਾ ਆਮ ਟ੍ਰੈਫਿਕ 'ਚ ਆਰਗੂਮੈਂਟ ਹੋ ਜਾਂਦਾ, ਉੱਥੇ ਤੁਸੀਂ ਬੱਚੇ ਦੀ ਫੋਟੋ ਲਗਾ ਲਓ ਕਿ ਡੈਡ ਵੀ ਨੀਡ ਯੂ। ਅਗਰ ਤੁਸੀਂ ਸਿੰਗਲ ਹੈਗੇ ਹੋ ਤਾਂ ਆਪਣੇ ਮਾਂ ਪਿਓ ਦੀ ਫੋਟੋ ਲਗਾਓ, ਤੇ ਮਾਂ ਪਿਓ ਤੁਹਾਡਾ ਉੱਥੇ ਲਿਖਿਆ ਹੋਵੇ ਕਿ ਸਨ ਵੀ ਨੀਡ ਯੂ ਔਰ ਬੇਟੀ ਆਈ ਨੀਡ ਯੂ। ਸਾਰਿਆਂ ਨੂੰ ਬੈਸਟ ਰੈਮੇਡੀ ਹੈਗੀ ਆ। ਪਲੀਜ਼ ਆਪਣਾ ਖਿਆਲ ਰੱਖੋ। ਜਸਟ ਅ ਚੈਟ ਸ਼ੋ, ਨਥਿੰਗ ਸੀਰੀਅਸ। ਆਪਣਾ ਸਰਦਾਰ ਮਾਨਰਾ ਜਾਂ ਅਸੀਂ ਥੈਂਕ ਯੂ ਕਹਿੰਦੇ ਹਾਂ। ਭਾਜੀ ਥੈਂਕ ਯੂ ਸੋ ਮਚ। ਆਪਣੇ ਪਾਸ ਟਾਈਮ ਵਕਤ ਨਹੀਂ ਦੇ ਰਿਹਾ, ਟਾਈਮ ਇਜਾਜ਼ਤ ਨਹੀਂ ਦੇ ਰਿਹਾ। ਫਿਰ ਕਦੀ ਫੇਰ ਲੈ ਕੇ ਆਵਾਂਗੇ, ਗੱਲਬਾਤ ਕਰਾਂਗੇ। ਤੇ ਆਪਾਂ ਫਤਿਹ ਬੁਲਾਈਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।